हेलो एवरीवन, मेरा नाम निष्ठा बंसल है। मैं एक फाइनल ईयर एमबीबीएस स्टूडेंट ਹਾਂ ਏਮਸ ਭੋਪਾਲ ਚ। ਮੈਂ ਆਪਣਾ ਨੀਟ 2020 ਚ ਦਿੱਤਾ ਸੀਗਾ ਤੇ ਮੇਰੇ ਮਾਰਕਸ 683 ਸੀਗੇ ਤੇ ਮੇਰਾ ਰੈਂਕ 484 ਸੀਗਾ। ਲਾਸਟ ਟਾਈਮ ਆਪਾਂ ਨੇ ਇੱਕ ਨਵਾਂ ਚੈਪਟਰ ਸ਼ੁਰੂ ਕੀਤਾ ਸੀ ਜਿਹਦਾ ਨਾਮ ਹੈ ਸੈਲ ਸਾਈਕਲ ਐਂਡ ਸੈਲ ਡਿਵੀਜ਼ਨ। ਤੇ ਅੱਜ ਉਸੇ ਚੈਪਟਰ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਆਪਾਂ ਐਮਫੇਸ ਤੋਂ ਸਟਾਰਟ ਕਰਾਂਗੇ। ਲਾਸਟ ਟਾਈਮ ਆਪਾਂ ਨੇ ਸਮਝਿਆ ਸੀ ਸੈਲ ਸਾਈਕਲ ਕੀ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਦੇ ਕਿੰਨੇ ਫੇਜ਼ਸ ਹੁੰਦੇ ਨੇ, ਫਿਰ ਚੈੱਕ ਪੁਆਇੰਟਸ ਦੇ ਬਾਰੇ ਪੜ੍ਹਿਆ ਸੀ ਤੇ ਇੰਟਰਫੇਸ ਨੂੰ ਆਪਾਂ ਨੇ ਕਵਰ ਕੀਤਾ ਸੀ। ਇੰਟਰਫੇਸ ਦੇ ਅੰਦਰ ਤਿੰਨ ਫੇਜ਼ ਰਹਿੰਦੇ ਨੇ, G1, S ਤੇ G2 ਫੇਜ਼, ਜਿਹਦੇ ਅੰਦਰ ਪ੍ਰੈਪਰੇਸ਼ਨ ਫॉर ਸੈਲ ਡਿਵੀਜ਼ਨ ਹੁੰਦੀ ਹੈ, ਜਿਵੇਂ ਕਿ ਮਲਟੀਪਲੀਕੇਸ਼ਨ ਆਫ ਆਰਗੇਨੇਲਸ, ਨਿਊਕਲੀਅਰ ਮਟੀਰੀਅਲ ਤੇ ਬਾਕੀ ਪ੍ਰੋਟੀਨਸ ਦੀ ਰੈਪਲੀਕੇਸ਼ਨ ਵਗੈਰਾ ਹੋਏਗੀ। ਤੇ ਸੈਲ ਆਪਣਾ ਜਿੰਨਾ ਵੀ ਮਟੀਰੀਅਲ ਉਹਨੂੰ ਚਾਹੀਦਾ ਤੇ ਜਿੰਨੀ ਵੀ ਪ੍ਰੈਪਰੇਸ਼ਨ ਹੁੰਦੀ ਹੈ ਸੈਲ ਡਿਵੀਜ਼ਨ ਦੇ, ਉਹ ਸਾਰੀ ਇੰਟਰਫੇਸ ਦੇ ਅੰਦਰ ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਨੇ ਇਹ ਵੀ ਪੜ੍ਹਿਆ ਸੀ ਜੀ ਨॉट ਫੇਜ਼ ਦੇ ਬਾਰੇ, ਕਿ ਕੁਝ ਸੈਲਸ ਜੀ ਨॉट ਫੇਜ਼ ਦੇ ਅੰਦਰ ਚਲੇ ਜਾਂਦੇ ਨੇ ਕਿ ਜਦੋਂ ਉਹਨਾਂ ਦੀ ਡਿਵੀਜ਼ਨ ਨਹੀਂ ਹੁੰਦੀ, ਜਿਹਨੂੰ ਕੁਇਸੈਂਟ ਫੇਜ਼ ਬੋਲਦੇ ਆ, ਕੁਇਸੈਂਟ ਸਟੇਜ ਬੋਲਦੇ, ਕਿ ਉਹ ਇਨਐਕਟਿਵ ਫਾਰਮ ਚਲੇ ਜਾਂਦੇ ਨੇ। ਕਿ ਬਟ ਜਦੋਂ ਡਿਵੀਜ਼ਨ ਦੀ ਲੋੜ ਪੈਂਦੀ ਹੈ ਤਾਂ ਉਹ ਵਾਪਸ G1 ਫੇਜ਼ ਦੇ ਅੰਦਰ ਐਂਟਰ ਕਰ ਜਾਂਦੇ ਨੇ ਤੇ ਫਿਰ ਡਿਵੀਜ਼ਨ ਸ਼ੁਰੂ ਹੋ ਸਕਦੀ ਹੈ ਇਫ ਐਵਰ ਨੀਡਡ। ਜਿਵੇਂ ਸਪੋਜ਼ ਕਦੇ ਕੋਈ ਇੰਜਰੀ ਹੋ ਗਈ ਜਾਂ ਫਿਰ ਸੈਲ ਡੈਥ ਹੋ ਗਈ, ਉਹ ਸੈਲ ਨੂੰ ਰਿਪਲੇਸ ਕਰਨ ਲਈ। ਤਾਂ ਹੁਣ ਅੱਗੇ ਕੰਟੀਨਿਊ ਕਰਦੇ ਹੋਏ ਆਪਾਂ ਪੜਾਂਗੇ ਐਮਫੇਸ ਦੇ ਬਾਰੇ। ਅੱਜ ਐਮਫੇਸ ਕੀ ਹੁੰਦਾ ਕਿ ਇਹ ਮੋਸਟ ਡਰਾਮੈਟਿਕ ਪੀਰੀਅਡ ਆਫ ਸੈਲ ਸਾਈਕਲ ਹੈ। ਠੀਕ ਹੈ, ਇਹਦੇ ਅੰਦਰ ਇਹ ਮੇਜਰ ਰੀਆਰਗੇਨਾਈਜੇਸ਼ਨ ਆਫ ਵਰਚੁਅਲੀ ਆਲ ਕੰਪੋਨੈਂਟਸ ਆਫ ਦ ਸੈਲ ਹੁੰਦਾ ਹੈ। ਇਹ ਕੀ ਬੋਲਿਆ ਗਿਆ ਹੁਣ ਕਿ ਜਿਵੇਂ ਹੁਣ ਸਾਰਾ ਮਟੀਰੀਅਲ ਤਾਂ ਰੈਪਲੀਕੇਟ ਹੋ ਗਿਆ, ਆਰਗੇਨੇਲਸ ਵੀ ਡਬਲ ਹੋ ਗਈ ਹੈ, ਨਿਊਕਲੀਅਰ ਮਟੀਰੀਅਲ ਵੀ ਡਬਲ ਹੋ ਗਿਆ, ਬਟ ਹੁਣ ਉਹਨੂੰ ਡਿਵਾਈਡ ਕਰਕੇ ਤੇ ਦੋ ਸੈਪਰੇਟ ਸੈਲਸ ਬਣਾਉਣੇ ਨੇ। ਇਸ ਕਰਕੇ ਨੂੰ ਮੋਸਟ ਡਰਾਮੈਟਿਕ ਬੋਲਿਆ ਗਿਆ ਤੇ ਇਹਦੇ ਅੰਦਰ ਆਪਾਂ ਮਾਈਕਰੋਸਕੋਪ ਦੇ ਅੰਦਰ ਸਾਰੇ ਚੇਂਜਸ ਦਿਖਦੇ ਨੇ। Since the number of chromosomes in the parent and the progeny are same, it is also called equational division. ਇਹ ਆਪਾਂ ਪੜ੍ਹ ਰਹੇ ਐਮਫੇਸ ਆਫ ਮਾਈਟੋਸਿਸ। ਮਾਈਟੋਸਿਸ ਦੇ ਬਾਅਦ ਕੀ ਹੁੰਦਾ ਹੈ ਕਿ ਮਾਈਟੋਸਿਸ ਦੇ ਅੰਦਰ ਕੀ ਹੁੰਦਾ ਕਿ ਜਿਹੜੇ ਪੇਰੈਂਟ ਸੈਲ ਹੈ ਤੇ ਡਾਟਰ ਸੈਲ ਹੈ, ਉਹਦੇ ਅੰਦਰ ਜਿਹੜੇ ਨੰਬਰ ਆਫ ਕ੍ਰੋਮੋਸੋਮਸ ਹੈ ਤੇ ਨਿਊਕਲੀਅਰ ਮਟੀਰੀਅਲ ਹੈ ਉਹ ਸੇਮ ਰਹਿੰਦਾ, ਤਾਂ ਕਰਕੇ ਉਹਨੂੰ ਕੀ ਉਸਦੇ ਐਮਫੇਸ ਨੂੰ ਕੀ ਬੋਲਦੇ, ਇਕੁਏਸ਼ਨਲ ਡਿਵੀਜ਼ਨ। Though for convenience, mitosis has been divided into 4 stages of nuclear division. Nuclear division ਨੂੰ ਕੀ ਬੋਲਦੇ, ਕੈਰੀਓਕਾਈਨੇਸਿਸ ਵੀ। ਤੇ ਉਹਨੂੰ 4 stages ਦੇ ਅੰਦਰ ਡਿਵਾਈਡ ਕੀਤਾ ਗਿਆ। It is very essential to understand that the cell division is a progressive process and very clear-cut lines cannot be drawn between various stages. ਹੁਣ ਕੀ ਹੈ ਕਿ ਐਮ ਫੇਜ਼ ਨੂੰ ਆਪਾਂ ਨੇ ਆਪਣੀ ਅੰਡਰਸਟੈਂਡਿੰਗ ਲਈ ਸਿਰਫ 4 ਫੇਜ਼ਸ ਦੇ ਅੰਦਰ ਡਿਵਾਈਡ ਕੀਤਾ, ਬਟ ਐਕਚੁਅਲੀ ਉਹ ਇੱਕ ਕੰਪਲੀਟ ਇੱਕ ਸਿੰਗਲ ਪ੍ਰੋਸੈਸ ਹੈ। ਤਾਂ ਕਲੀਅਰ ਕੱਟ ਡਿਮਾਰਕੇਸ਼ਨਸ ਮਤਲਬ ਐ ਨਹੀਂ ਬੋਲ ਸਕਦੇ ਕਿ ਆਫਟਰ ਐਗਜ਼ੈਕਟਲੀ 20 ਮਿੰਟਸ ਪ੍ਰੋਫੇਸ ਖਤਮ ਹੋ ਕੇ ਮੈਟਾਫੇਸ ਸ਼ੁਰੂ ਹੋ ਜਾਏਗਾ, ਫਿਰ ਐਗਜ਼ੈਕਟਲੀ 10 ਮਿੰਟਸ ਦੇ ਬਾਅਦ ਐਨਾਫੇਸ ਸ਼ੁਰੂ ਹੋ ਜਾਏਗਾ। ਮੈਂ ਕਲੀਅਰ ਕੱਟ ਡਿਮਾਰਕੇਸ਼ਨ ਨਹੀਂ ਬਣਾ ਸਕਦੇ, ਬਟ ਉਹਨੂੰ ਅੰਡਰਸਟੈਂਡਿੰਗ ਲਈ, ਸਮਝਣ ਲਈ ਅੱਛੇ ਤਰੀਕੇ ਨਾਲ ਇੱਕ ਉਹਨੂੰ 4 ਫੇਜ਼ਸ ਦੇ ਅੰਦਰ ਡਿਵਾਈਡ ਕੀਤਾ ਗਿਆ। ਤੇ ਹਰ ਫੇਜ਼ ਦੇ ਕੁਝ ਕੈਰੈਕਟਰਿਸਟਿਕਸ ਹੁੰਦੇ ਨੇ ਜਿਸ ਬੇਸਿਸ ਤੇ ਆਪਾਂ ਬੋਲ ਸਕਦੇ ਕਿ ਇਹ ਐਨਾਫੇਜ਼ ਹੈ ਜਾਂ ਪ੍ਰੋਫੇਜ਼ ਹੈ ਜਾਂ ਫਿਰ ਮੈਟਾਫੇਜ਼ ਹੈ। ਹੁਣ ਸਭ ਤੋਂ ਪਹਿਲਾਂ ਹੈ ਕਿ ਵੈਰੀ ਪ੍ਰੋਗਰੈਸਿਵ ਪ੍ਰੋਸੈਸ ਹੈ ਤੇ ਕਲੀਅਰ ਕੱਟ ਡਿਵੀਜ਼ਨ ਨਹੀਂ ਬਣਾ ਸਕਦੇ। 4 ਸਟੇजेस ਦਾ ਨਾਮ ਕੀ ਹੈ, ਪ੍ਰੋਫੇਜ਼, ਮੈਟਾਫੇਜ਼ ਤੇ ਐਨਾਫੇਜ਼, ਟੀਲੋਫੇਜ਼। ਪ੍ਰੋਫੇਜ਼, ਮੈਟਾਫੇਜ਼, ਐਨਾਫੇਜ਼, ਟੀਲੋਫੇਜ਼। ਹੁਣ ਇਹਨਾਂ ਦੇ ਬਾਰੇ ਕੁਝ ਜਨਰਲ ਇਨਫੋਰਮੇਸ਼ਨ। ਜਿਹੜਾ ਪ੍ਰੋਫੇਜ਼ ਹੈ, ਇਟ ਇਜ਼ ਦ ਲੌਂਗੇਸਟ ਫੇਜ਼, ਲੌਂਗੇਸਟ ਡਿਵੀਜ਼ਨ ਫੇਜ਼। ਮਤਲਬ ਅਗਰ ਐਮ ਫੇਜ਼ ਤੋਂ ਪੁੱਛਿਆ ਜਾਏ ਲੌਂਗੇਸਟ ਕਿਹੜਾ, ਤਾਂ ਉਹ ਪ੍ਰੋਫੇਜ਼ ਹੈ। ਹਿਊਮਨ ਸੈਲ ਦੇ ਅਰਾਊਂਡ ਉਹ 30 ਮਿੰਟਸ ਹੀ ਹੁੰਦਾ। ਉਸ ਤੋਂ ਬਾਅਦ ਆ ਗਿਆ ਐਨਾਫੇਜ਼। ਐਨਾਫੇਜ਼ ਹੁੰਦਾ ਸ਼ਾਰਟੈਸਟ ਡਿਵੀਜ਼ਨ ਫੇਜ਼। ਤੇ ਇਹ ਦੋਨੋਂ ਚੀਜ਼ਾਂ ਪਹਿਲਾਂ ਇੱਕ ਵਾਰ ਮੌਕ ਟੈਸਟ ਦੇ ਅੰਦਰ ਪੁੱਛੀਆਂ ਜਾ ਚੁੱਕੀਆਂ ਨੇ, ਐਨਟੀ ਦੇ ਜਿਹੜੇ ਮੌਕ ਟੈਸਟ ਹੁੰਦੇ ਉਹਨਾਂ ਦੇ ਅੰਦਰ। ਤੇ ਇਹ ਚੀਜ਼ ਵੀ ਪੁੱਛੀ ਜਾ ਸਕਦੀ ਹੈ ਕਿ ਇਕੁਏਸ਼ਨਲ ਡਿਵੀਜ਼ਨ ਹੁੰਦਾ ਤੇ ਉਹ 4 ਸਟੇजेस ਨਾਲ ਡਿਵਾਈਡ ਹੁੰਦੇ, ਇਹ ਵੀ ਪੁੱਛਿਆ ਜਾ ਚੁੱਕਿਆ। ਹੁਣ ਮਾਈਟੋਸਿਸ ਨੂੰ ਆਪਾਂ ਅਗਰ ਲੈਬ ਦੇ ਅੰਦਰ ਮਾਈਟੋਸਿਸ ਅਬਜ਼ਰਵ ਕਰਨਾ ਤਾਂ ਆਪਾਂ ਕਿਹੜੇ ਕਿਹੜੇ ਸਪੈਸੀਮਨਸ ਯੂਜ਼ ਕਰ ਸਕਦੇ ਹਾਂ। ਉਹਦੇ ਲਈ ਆਪਾਂ ਰੂਟ ਟਿਪ ਆਫ ਅਨੀਅਨ ਯੂਜ਼ ਕਰ ਸਕਦੇ ਹਾਂ। root tip of onion used for lab study. ਉਸ ਤੋਂ ਬਾਅਦ ਆਉਂਦਾ ਹੁਣ ਪ੍ਰੋਫੇਜ਼।
ਜਿਹੜਾ प्रोफेज है वो तो अपन देख लिया कि वो एक लॉन्गेस्ट फेज ऑफ डिवीजन है। तेरे अंदर की है कि फर्स्ट फेज ऑफ कैरियोकाइनेसिस है माइटोसिस के अंदर, फॉलोड बाय which follows S phase and G2 phase of interphase। ਇਹਦਾ ਮਤਲਬ ਕੀ ਹੈ ਕਿ G1 ਉਸ ਤੋਂ ਬਾਅਦ S phase, ਉਸ ਤੋਂ ਬਾਅਦ G2 phase, ਉਸ ਤੋਂ ਬਾਅਦ ਆਉਂਦਾ ਹੈ prophase, ਕਿ it follows S and G2 phase of interphase। ਜਿਹੜਾ S ਤੇ G2 phase ਹੈ ਉਹਦੇ ਨਾਲ ਨਿਊ DNA molecules ਬਣਦੇ ਨੇ and are not distinct but intertwined। ਇਹ ਮੈਂ ਦੱਸਿਆ ਸੀਗਾ ਕਿ ਜਦੋਂ ਇੰਟਰਫੇਸ ਹੁੰਦੇ ਨਾ, ਇੰਟਰਫੇਸ ਦੇ ਅੰਦਰ ਐਸਾ ਆਪਾਂ ਕ੍ਰੋਮੋਸੋਮ ਨੰਬਰ ਨਹੀਂ ਕਾਊਂਟ ਕਰ ਸਕਦੇ, ਬਟ ਡੀਐਨਏ ਕੰਟੈਂਟ ਦੇ ਟਰਮਸ ਦੇ ਅੰਦਰ ਗੱਲ ਕਰਦੇ ਕਿ ਸਪੋਜ਼ ਅਗਰ ਹੈਪਲੋਇਡ ਦੇ ਅੰਦਰ C ਹੈ ਤਾਂ ਡਿਪਲੋਇਡ ਦੇ ਅੰਦਰ 2C ਕੰਟੈਂਟ ਹੋਏਗਾ, ਤੇ S ਫੇਸ ਤੋਂ ਬਾਅਦ ਜਦੋਂ ਡੀਐਨਏ ਰੈਪਲੀਕੇਸ਼ਨ ਹੋ ਜਾਏਗੀ ਉਹਦੇ ਕੰਟੈਂਟ ਨੂੰ 4C ਬੋਲਾਂਗੇ। ਤਾਂ ਇਹ ਬੋਲਿਆ ਗਿਆ ਕਿ ਜਿਹੜਾ S phase ਤੇ G2 phase ਹੈ ਉਹਨਾਂ ਅੰਦਰ DNA synthesis ਤਾਂ ਹੋ ਜਾਂਦੇ ਨੇ but not distinct and intertwined ਨਹੀਂ ਹੁੰਦੇ ਨੇ ਉਹ। Prophase is marked by, ਠੀਕ ਹੈ, ਹੁਣ prophase ਦੇ ਅੰਦਰ ਕੀ ਹੁੰਦਾ specifically? Prophase is marked by the initiation of condensation of chromosomal material। ਨੂਰੇ word initiation ਧਿਆਨ ਰੱਖਣਾ। The chromosomal material becomes untangled during the process of chromatin condensation। The centromere, which had undergone duplication during S phase of interphase, now begins to move towards opposite poles of the cell। ठीक है, ਹੁਣ ਕੀ ਹੈ ਕਿ ਜਿਹੜਾ chromosomal material ਹੈ ਉਹ untangle ਹੋਏਗਾ ਤੇ ਉਹਦੀ ਕੰਡੈਂਸੇਸ਼ਨ ਸ਼ੁਰੂ ਹੋ ਜਾਏਗੀ, ਜਿਹਨੂੰ ਬੁਲਾਇਆ chromatin condensation। ਠੀਕ ਹੈ, ਜਿਹੜੇ ਸੈਂਟਰੋਮੀਅਰਸ ਸੀ ਉਹ ਵੀ ਕੀ ਹੈ, ਉਹਨੇ ਡੁਪਲੀਕੇਸ਼ਨ ਤਾਂ ਆਲਰੇਡੀ S phase ਤੇ ਹੋ ਗਈ ਸੀ but ਹੁਣ ਉਹ opposite poles of cells ਦੀ ਤਰਫ move ਕਰਨਾ ਸ਼ੁਰੂ ਕਰਨੀ, now begin to move towards opposite poles of the cell। ਹੁਣ ਕਹਿੰਦੇ completion of prophase can thus be marked by the following characteristics event। ਹੁਣ ਤਾਂ ਦੱਸਿਆ ਸੀ ਕਲੀਅਰ ਕੱਟ ਡਿਮਾਰਕੇਸ਼ਨ ਨਹੀਂ ਬਣਾ ਸਕਦੇ, ਬਟ ਇਨ ਹਰ ਇੱਕ ਫੇਜ਼ ਦੇ ਕੁਝ ਕੈਰੈਕਟਰਿਸਟਿਕ ਇਵੈਂਟਸ ਹੁੰਦੇ ਨੇ। ਤਾਂ ਹੁਣ ਉਹ ਪ੍ਰੋਫੇਜ਼ ਦੇ ਕੀ ਨੇ? ਕ੍ਰੋਮੋਸੋਮਲ ਮਟੀਰੀਅਲ ਹੈ वो कंडेंस हो जाते टू फॉर्म कॉम्पैक्ट माइटोटिक क्रोमोसोम्स। की बोला गया कि क्रोमोसोम मटेरियल कंडेंस हो जाएगा तो की बनाएगा कॉम्पैक्ट माइटोटिक क्रोमोसोम्स बनेंगे। क्रोमोसोम्स आर सीन टू बी कंपोज्ड ऑफ 2 chromatids attached together at the centromere। ਜਿਹੜੇ क्रोमैटिड क्रोमोसोम्स ਹੁੰਦੇ ਨੇ ਉਹਨਾਂ ਦੇ 2 chromatids ਹੋਣਗੇ ਤੇ ਸੈਂਟਰੋਮੀਅਰ ਤੇ ਅਟੈਚਡ ਹੋਣਗੇ। ਜਿਹੜਾ ਕ੍ਰੋਮੋਸੋਮ ਹੈ ਸੈਂਟਰੋਸੋਮ ਹੈ ਉਹਦੀ ਰੈਪਲੀਕੇਸ਼ਨ ਤਾਂ ਹੋ ਗਈ ਸੀ ਇਸ ਫੇਜ਼ ਦੇ ਅੰਦਰ ਹੀ, ਹੁਣ ਆਪੋਜ਼ਿਟ ਪੋਲਸ ਦੀ ਤਰਫ ਮੂਵ ਕਰਨਾ ਸ਼ੁਰੂ ਹੋ ਜਾਏਗਾ। ਤੇ ਜਿਹੜਾ ਈਚ ਸੈਂਟਰੋਸੋਮ ਹੈ ਉਹ ਕੁਝ ਰੇਡੀਏਟ ਕਰੇਗਾ ਮਾਈਕਰੋਟਿਬਿਊਲਸ ਜਿਹਨੂੰ ਐਸਟਰ ਬੋਲਾਂਗੇ, ਐਸਟਰਸ। ਟੂ ਐਸਟਰਸ ਟੁਗੇਦਰ its spindle fibers form mitotic apparatus। mitotic apparatus ਕੀ ਹੁੰਦਾ ਹੈ? Two esters together with spindle fibers form mitotic apparatus। ठीक है, an ester rays plus spindle fibers plus centrosome ਉਹਨੂੰ mitotic apparatus ਬੋਲਦੇ ਨੇ। ਥੋੜਾ ਅੱਗੇ ਚੱਲਦੇ ਹੋਏ cells at the end of the prophase when viewed under the microscope do not show Golgi complex। ਹੁਣ ਇਹ ਵੀ ਬਹੁਤ ਬਾਰ ਆ ਜਾਂਦਾ ਹੈ ਕੁਐਸਚਨ ਦੇ ਅੰਦਰ ਕਿ ਕਿਹੜੀ ਆਰਗੇਨਲ ਨਹੀਂ ਦਿਖਦੀ ਹੈ। The do not show Golgi complex, endoplasmic reticulum, nucleolus and nuclear envelope। ये सब at the end of prophase। ये चीज भी ध्यान रखनी है end of prophase कि end of prophase ਤੇ ਇਹ ਚੀਜ਼ ਨਹੀਂ ਦਿਖਦੀਆਂ ਨੇ। ਇਹ ਹੁੰਦਾ ਕੀ ਹੈ ਕਿ ਇਹ ਆਰਗੇਨਲਸ ਨਾ ਡਿਸਅਪੀਅਰ ਹੋ ਜਾਂਦੇ ਬਟ ਡਿਸਇੰਟੀਗ੍ਰੇਟ ਨਹੀਂ ਹੁੰਦੀਆਂ ਨੇ, ਕਿ ਡਿਸਅਪੀਅਰ ਹੋ ਜਾਂਦੀ ਹੈ। ਹੁਣ ਇੱਕ ਕੁਐਸਚਨ ਆਇਆ ਸੀਗਾ ਕਿ AIPMT pre-2010 during mitosis endoplasmic reticulum and nucleolus began to disappear at late prophase। ਇਸੇ ਤੇ ਉੱਤੇ ਕੁਐਸਚਨ ਦੇਗਾ ਕਿ endoplasmic reticulum ਤੇ nucleolus ਉਹ they began to disappear in late prophase। अगर end of prophase नहीं होया तो अगर late prophase पे term हुई ਤਾਂ ਵੀ ਉਹ ਸਹੀ ਰਹੇਗੀ। ਹੁਣ ਆਉਂਦਾ ਹੈ ਮੈਟਾਫੇਜ਼। ਮੈਟਾਫੇਜ਼ ਦੇ ਅੰਦਰ ਵੀ
ਹੁਣ ਲਿਖਿਆ ਕਿ there is complete disintegration of nuclear envelopes. This marks the start of the second phase of mitosis. ठीक है, complete disintegration हो जाएगी, ठीक है, कर दिए marks the start of second phase, mitosis of mitosis थे। ਹੁਣ ਇਹ ਚੀਜ਼ ਵੀ ਨਾ ਐਨਟੀਏ ਦੇ ਮੌਕ ਟੈਸਟ ਪੁੱਛੀ ਜਾ ਚੁੱਕੀ ਹੈ। ਤਾਂ ਸੈਲ ਸਾਈਕਲ ਇੱਕ ਇਹੋ ਜਿਹਾ ਚੈਪਟਰ ਹੈ ਕਿ ਉਹ ਸਮਝਣਾ ਈਜ਼ੀ ਹੈ, ਬਸ ਅਗਰ ਆਪਾਂ ਨੂੰ ਕੈਰੈਕਟਰਿਸਟਿਕਸ ਯਾਦ ਹੋ ਗਿਆ ਉਹ ਸਮਝਣਾ ਈਜ਼ੀ ਹੈ। ਬਟ ਨੀਟ ਦੇ ਅੰਦਰ ਨਾ ਇਹਦੀ ਐਨਸੀਈਆਰਟੀ ਚ ਐਗਜ਼ੈਕਟ ਲਾਈਨਸ ਆ ਜਾਂਦੀਆਂ ਨੇ ਤੇ ਉਹਨੂੰ ਆਨਸਰ ਸਹੀ ਮਾਰਕ ਕਰਨਾ ਕਾਫੀ ਕਨਫਿਊਜ਼ਨ ਹੋ ਜਾਂਦਾ ਹੈ, ਕਿਉਂਕਿ ਕੁਝ ਵਰਡਸ ਚੇਂਜ ਕਰਦੇ ਤੇ ਆਪਾਂ ਨੂੰ ਕਦੇ ਪਤਾ ਨਹੀਂ ਚੱਲਦਾ। ਇਸ ਪੂਰੇ ਚੈਪਟਰ ਦੀ ਲਾਈਨਸ ਬਹੁਤ ਇੰਪੋਰਟੈਂਟ ਨੇ। Hence, the chromosomes are spread throughout the cytoplasm of the cell. ਹੁਣ ਤਾਂ ਕੀ ਹੋਇਆ ਕਿ ਪਹਿਲਾਂ ਜਿਹੜਾ ਡੀਐਨਏ ਮਟੀਰੀਅਲ ਹੁੰਦਾ ਸੀਗਾ ਉਹ ਸਾਰਾ ਨਿਊਕਲੀਅਰ ਮੈਮਬ੍ਰੇਨ ਦੇ ਅੰਦਰ ਹੁੰਦਾ ਸੀਗਾ, ਤਾਂ ਇੱਕ ਜਗ੍ਹਾ ਤੇ ਸਾਰਾ ਮਿਲੇਗਾ। ਬਟ ਅਗਰ ਨਿਊਕਲੀਅਰ ਐਨਵੈਲਪ ਹੀ ਡਿਸਇੰਟੀਗ੍ਰੇਟ ਹੋ ਗਿਆ ਤਾਂ ਪੂਰੇ ਸਾਈਟੋਪਲਾਜ਼ਮ ਦੇ ਅੰਦਰ ਕਿਤੇ ਵੀ ਮਿਲ ਸਕਦਾ ਪੂਰਾ ਕ੍ਰੋਮੋਸੋਮਲ ਕੰਟੈਂਟ। ਥੋੜਾ ਅੱਗੇ ਚੱਲਣ ਤੋਂ ਪਹਿਲਾਂ ਇੱਕ ਵਾਰ ਡਾਇਗਰਾਮ ਜ਼ਰੂਰ ਦੇਖ ਲੈਂਦੇ ਹਾਂ ਆਪਾਂ ਕਿ ਉਹਦੇ अर्ਲੀ ਪ੍ਰੋਸੈਸ से ਦਿਖਾਇਆ ਗਿਆ ਹੈ ਕਿ ਜਿਹੜੇ ਡੀਐਨਏ ਮਟੀਰੀਅਲ ਹੈ ਉਹ ਇੱਕ ਥ੍ਰੈਡ ਦੇ ਫਾਰਮ ਦੇ ਅੰਦਰ ਹੈ ਔਰ ਇੰਟੈਂਗਲਡ ਹੈ ਤੇ ਉਹ ਡਿਸਪਰਸਡ ਹੈ, ਮਤਲਬ ਕੰਡੈਂਸ ਨਹੀਂ ਹੋਇਆ। ਬਟ ਲੇਟ ਪ੍ਰੋਸੈਸ ਤੇ ਕੀ ਦਿਖਾਇਆ ਕਿ ਸਾਰਾ ਅਨਟੈਂਗਲਿੰਗ ਹੋਣਾ ਸ਼ੁਰੂ ਹੋ ਗਿਆ ਤੇ ਕੰਡੈਂਸ ਹੋਣਾ ਸ਼ੁਰੂ ਹੋ ਗਿਆ ਤੇ ਕ੍ਰੋਮੋਸੋਮਸ ਦੀ ਸ਼ੇਪ ਦੇ ਅੰਦਰ ਆ ਗਏ, ਜਿਹਦੇ ਅੰਦਰ ਦੋ ਕ੍ਰੋਮੈਟਿਡਸ ਹੈ ਕ੍ਰੋਮੋਸੋਮ ਦੇ ਅੰਦਰ। ਉਹਨੇ ਦੋ ਬਾਰਸ ਬਣਾਈਆਂ ਨੇ ਇਹ ਸਿਗਨੀਫਾਈ ਕਰਨ ਲਈ ਕਿ ਦੋ ਕ੍ਰੋਮੈਟਿਡਸ। ਤੇ अर्ਲੀ ਪ੍ਰੋਸੈਸ ਤੇ ਲੇਟ ਪ੍ਰੋਸੈਸ ਤੇ ਧਿਆਨ ਰੱਖਣਾ। ਹੁਣ ਆ ਗਿਆ ਕਿ ਹੈਂਸ ਦੇ chromosomes are spread throughout the cytoplasm. फिर उसके बाद आएगा by this stage condensation of chromosome is completed. Condensation हो जाती है complete, ठीक है। They can be observed clearly under the microscope. ਹੁਣ ਇਹ भी important line है। अगर पूछा जाए कि क्रोमोसोम्स कदों माइक्रोस्कोप के अंडर देखने हैं तो फिर वो मोस्टली दिखते हैं मेटाफेज के अंदर देखा, क्योंकि कंप्लीटली कंडेंस हो गए हैं तो माइक्रोस्कोप के अंदर क्लियरली दिखते हैं। This then is the stage at which morphology of chromosomes is most easily studied. Morphology है उन्हों most easily study होती है इस stage. At this stage metaphase chromosomes is made up of two sister chromatids. तब ਆਪਾਂ ਪੜਿਆ ਸੀਗਾ ਕਿ ਹੁਣੇ ਦੋ sister chromatids ਹੁੰਦੇ ਨੇ which are held together by centromere. उनके अंदर के small disc-like structure at the surface of the centromeres are called kinetochores. कि ਹੁੰਦੇ ਨੇ small disc-like structure। ਆਪਣੇ ਸੈਲ ਦੀ ਯੂਨਿਟ ਆਫ ਲਾਈਫ ਦੇ ਅੰਦਰ ਪੜਿਆ ਸੀਗਾ ਕਿ ਜਦੋਂ ਕ੍ਰੋਮੋਸੋਮ ਹੈ ਉਹਦੇ ਅੰਦਰ ਐਵੇਂ ਦੋ ਕ੍ਰੋਮੈਟਿਡਸ ਹੁੰਦੇ ਨੇ ਤੇ ਉਹਦੇ ਪ੍ਰਾਇਮਰੀ ਕੰਸਟਰਕਸ਼ਨ ਨੂੰ ਸੈਂਟਰੋਮੀਅਰ ਬੋਲਦੇ ਨੇ, ਤੇ ਸਾਈਡ ਤੇ ਦੋ ਡਿਸਕ-ਲਾਈਕ ਸ਼ੇਪ ਸਟਰਕਚਰਸ ਹੁੰਦੇ ਨੇ ਜਿਹਨੂੰ ਕਾਈਨੇਟੋਕੋਰ ਬੋਲਦੇ ਨੇ। ਉਹਦੇ ਅੱਗੇ ਸਪਿੰਡਲ ਫਾਈਬਰ ਦੀ ਅਟੈਚਮੈਂਟ ਹੁੰਦੀ ਹੈ। ਤਾਂ ਕੀ ਲਿਖਿਆ ਦਿਸ ਸਟਰਕਚਰ ਸੇਵਸ ਐਟ ਦੀ ਸਾਈਟ ਆਫ ਅਟੈਚਮੈਂਟ ਆਫ ਸਪਿੰਡਲ ਫਾਈਬਰ। Site of attachment of spindle fibers. Formed by spindle fibers to the chromosome that are moved into position at the center of the cell. ਕੀ ਕਰਦੇ ਕਿ ਸਪਿੰਡਲ ਫਾਈਬਰਸ ਨਾਲ ਅਟੈਚ ਹੋਣ ਤੋਂ ਬਾਅਦ ਇਹਨਾਂ ਨੂੰ ਕ੍ਰੋਮੋਸੋਮ ਨੂੰ ਸੈਂਟਰ ਆਫ ਦੀ ਸੈਲ ਦੇ ਟੁਵਰਡਸ ਮੂਵ ਕਰਦੇ। Hence metaphase is characterized by all the chromosomes coming to lie at the equator with one chromatid of each chromosome connected by its kinetochore to spindle fiber from one pole and its sister chromatid connected by its kinetochore to spindle fiber from the other pole. ਹੁਣ ਉਹ ਇੰਨੀ ਲੰਬੀ ਲਾਈਨ ਦਾ ਕੀ ਮਤਲਬ ਹੈ? ਇਹਦਾ ਬਸ ਇੱਕ ਸਿੱਧਾ ਜਿਹਾ ਸਿੰਪਲ ਜਿਹਾ ਮਤਲਬ ਹੈ ਕਿ ਜਿਹੜਾ ਕ੍ਰੋਮੋਸੋਮ ਹੈ ਉਹਦੇ ਅੰਦਰ ਸਿਸਟਰ ਕ੍ਰੋਮੈਟਿਡਸ ਹੈ ਤੇ ਦੋਨੋਂ ਤਰਫ ਇੱਕ ਇੱਕ ਕਾਈਨੇਟੋਕੋਰ ਹੈ। ਹੁਣ ਇਹਦੇ ਸੈਂਟਰੋਇਡਸ ਹੈ ਜਿਨ੍ਹਾਂ ਦੀ ਡੁਪਲੀਕੇਸ਼ਨ ਹੋ ਚੁੱਕੀ ਸੀ ਉਹਦੀ ਐਸ ਫੇਜ਼ ਦੇ ਅੰਦਰ, ਹੈ ਨਾ। ਇਹ ਐਸਟਰੇਜ਼ ਇਹਨਾਂ ਦੇ ਥਰੂ ਮਾਈਕਰੋਟਿਬਿਊਲਸ ਦੇ ਥਰੂ ਐਸਟਰੇਜ਼ ਬਣਦੇ ਨੇ, ਸੈਂਟਰੋਮੀਅਰ ਬਣਾ ਰਹੇ ਨੇ, ਠੀਕ ਹੈ। ਉਸ ਤੋਂ ਬਾਅਦ ਐਸਟਰੇਜ਼ ਤੋਂ ਬਾਅਦ ਅੱਗੇ ਸਪਿੰਡਲ ਫਾਈਬਰਸ ਆਉਣਗੇ, ਉਹ ਜਾ ਕੇ ਕਾਈਨੇਟੋਕੋਰ ਨਾਲ ਅਟੈਚ ਹੁੰਦੇ ਆ। ਮਤਲਬ ਇੱਕ ਸਾਈਡ ਦਾ ਸਿਸਟਰ ਕ੍ਰੋਮੈਟਿਡ ਉਹਦੇ ਕਾਈਨੇਟੋਕੋਰ ਨਾਲ ਅਟੈਚਡ ਹੈ ਜਿਹੜਾ ਅੱਗੇ ਸਪਿੰਡਲ ਫਾਈਬਰ ਨਾਲ ਅਟੈਚ ਹੈ, ਤੇ ਦੂਜੇ ਸਾਈਡ ਦਾ ਸਿਸਟਰ ਕ੍ਰੋਮੈਟਿਡ ਆਪਣੇ ਕਾਈਨੇਟੋਕੋਰ ਨਾਲ ਤੇ ਅੱਗੇ ਸਪਿੰਡਲ ਫਾਈਬਰ ਨਾਲ ਅਟੈਚਡ ਹੈ।
ठीक है। द प्लेन ऑफ अलाइनमेंट ऑफ क्रोमोसोम्स एट मेटाफेज इज रेफर्ड टू मेटाफेज प्लेट। ਹੁਣ ਜਦੋਂ ਸੈਂਟਰ ਤੇ ਆ ਜਾਣਗੇ ਤੇ ਸਾਰੇ ਕ੍ਰੋਮੋਸੋਮ ਸੈਂਟਰ ਤੇ ਆ ਗਏ, ਹੁਣ ਜਿਸ ਪਲੇਨ ਦੇ ਅੰਦਰ ਉਹਨਾਂ ਦੀ ਅਲਾਈਨਮੈਂਟ ਹੈ ਉਹਨੂੰ ਮੈਟਾਫੇਜ਼ ਬੋਲਦੇ ਨੇ। ਹੁਣ ਇਹਦੇ ਕੀ ਫੀਚਰਸ ਕੀ ਨੇ? ਸਪਿੰਡਲ ਫਾਈਬਰਸ ਜਿਹੜੇ ਹੁੰਦੇ ਨੇ ਉਹ ਕਾਈਨੇਟੋਕੋਰ ਨਾਲ ਅਟੈਚਡ ਨੇ। ਕ੍ਰੋਮੋਸੋਮਸ ਹੁੰਦੇ ਨੇ ਉਹ ਮੂਵ ਟੂ spindle equator and get aligned along the metaphase plate through spindle fibers at the both poles। ਹੁਣ ਕੀ ਹੋਏਗਾ ਕਿ ਸਪਿੰਡਲ ਫਾਈਬਰਸ ਤਾਂ ਅਟੈਚ ਹੋ ਗਏ, ਉਸ ਤੋਂ ਬਾਅਦ ਉਹਨਾਂ ਨੂੰ ਹੌਲੀ ਹੌਲੀ ਸੈਂਟਰ ਤੇ ਲੈ ਆਉਂਦੇ ਨੇ। ਆ ਦੇਖੋ ਆਪਾਂ ਹੁਣ ਡਾਇਗਰਾਮ में ਦੇਖ ਸਕਦੇ ਹਾਂ। ਜਦੋਂ ਟ੍ਰਾਂਜਿਸ਼ਨ ਟੂ ਮੈਟਾਫੇਜ਼ ਦਿਖਾਈ ਹੈ ਤਾਂ ਦਿਖਾਇਆ ਕਿ ਸਪਿੰਡਲ ਫਾਈਬਰ ਨਾਲ ਅਟੈਚਮੈਂਟ ਹੋ ਗਈ ਹੈ ਕਾਈਨੇਟੋਕੋਰ ਦੀ ਤੇ ਸਾਰੇ ਕ੍ਰੋਮੋਸੋਮਸ ਕੰਡੈਂਸ ਦਾ ਪ੍ਰੋਫੇਜ਼ ਦੇ ਐਂਡ ਤੇ ਹੀ ਹੋ ਗਏ ਸੀਗੇ। ਅਟੈਚਮੈਂਟ ਹੋ ਗਿਆ ਮਤਲਬ ਟ੍ਰਾਂਜਿਸ਼ਨ ਟੂ ਮੈਟਾਫੇਜ਼ ਦਿਖਾਇਆ। ਉਸ ਤੋਂ ਬਾਅਦ ਆਉਂਦਾ ਮੈਟਾਫੇਜ਼ ਦੇ ਅੰਦਰ ਕੀ ਹੋ ਗਿਆ ਕਿ ਸਾਰੇ ਕਾਈਨੇਟੋਕੋਰ ਸਪਿੰਡਲ ਫਾਈਬਰ ਨਾਲ ਅਟੈਚ ਤੇ ਸਾਰੇ ਕ੍ਰੋਮੋਸੋਮਸ ਸੈਂਟਰ ਤੇ ਮੈਟਾਫੇਜ਼ ਪਲੇਟ ਦੇ ਨਾਲ ਅਲਾਈਨ ਹੈ। ਹੁਣ ਜਿਹੜਾ ਮੈਟਾਫੇਜ਼ ਪਲੇਟ ਹੈ ਨਾ ਇਹਨੂੰ ਕੀ ਬੋਲ ਸਕਦੇ? ਇਕੁਆਟੋਰੀਅਲ ਪਲੇਟ ਵੀ ਬੋਲ ਸਕਦੇ ਨੇ। ਕੀ ਚੀਜ਼? ਇਕੁਆਟੋਰੀਅਲ ਪਲੇਟ। ਹੁਣ ਜਿਹੜਾ ਅੱਗੇ ਹੈ ਜਿਹੜਾ ਆਪਾਂ ਇਹ ਚੀਜ਼ ਦੇਖ ਸਕਦੇ ਹਾਂ, ਹੁਣ ਐਸਟਰ ਰੇਸ ਸਪਿੰਡਲ ਫਾਈਬਰਸ ਕਹਿੰਦੇ ਇਹ ਐਸਟਰ ਰੇਸ ਨੇ, ਠੀਕ ਹੈ। ਜਿਹੜੀ ਆ ਚੀਜ਼ ਹੈ ਇਹ ਸਪਿੰਡਲ ਫਾਈਬਰ, ਇਹ ਕਾਈਨੇਟੋਕੋਰ ਹੈ, ਇਹ ਸੈਂਟਰੋਮੀਰ ਹੈ, and these are sister chromatids and this is metaphase plate। ਇਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਜਿਵੇਂ ਇਹਦੇ ਅੰਦਰ ਤਾਂ ਇੰਨਾ ਐਵੀਡੈਂਟਲੀ ਨਹੀਂ ਦਿਖ ਰਿਹਾ, ਬਟ ਜਿਹੜਾ ਸਿਸਟਰ ਕ੍ਰੋਮੈਟਿਡ ਨੇ ਜਿਵੇਂ ਆਪਾਂ ਦੇਖ ਰਹੇ ਇਹਦਾ ਡਾਇਰੈਕਟਡ ਟੁਵਰਡਸ देयर पोल्स, मतलब ਇਹ ਐਵੇਂ ਲਾਈ ਕਰਦੇ ਨੇ ਜਾਂ ਥੋੜਾ ਐਵੇਂ ਲਾਈ ਕਰਦੇ ਨੇ, ਬਟ ਕਦੇ ਵੀ ਅਗਰ ਇਸ ਤਰਫ ਦੀ ਸਿਸਟਰ ਕ੍ਰੋਮੈਟਿਡ ਹੋ ਐ ਨਹੀਂ ਲਾਈ ਕਰੇਗੀ। ਆਪੋਜ਼ਿਟ ਸਿਸਟਰ ਕ੍ਰੋਮੈਟਿਡ ਦੀ ओरिएंटेशन ਐਵੇਂ रहेगी, मतलब सिस्टर कम्युनिटी ਦਾ डायरेक्टेड टुवर्ड्स देयर पोल, ठीक है। ਅੱਗੇ ਹੁਣ ਆਏਗਾ ਐਨਾਫੇਜ਼। ਉਸ ਤੋਂ ਪਹਿਲਾਂ ਇੱਕ ਹੋਰ ਚੀਜ਼ ਹੈ ਕਿ ਜਿਹੜਾ ਪ੍ਰੋਸੈਸਿੰਗ ਨੂੰ ਕਾਂਗ੍ਰੇਸ਼ਨ ਬੋਲਦੇ ਨੇ ਤੇ ਡਿਸਕੰਟੀਨਿਊਸ ਸਪਿੰਡਲ ਫਾਈਬਰਸ ਹੁੰਦੇ ਨੇ, ਉਸ ਤੋਂ ਬਾਅਦ ਜਾਂ ਫਿਰ ਕ੍ਰੋਮੋਸੋਮਲ ਸਪਿੰਡਲ ਫਾਈਬਰਸ ਹੁੰਦੇ ਨੇ, मतलब ਉਹਨਾਂ ਦੇ ਵਿੱਚ ਬ੍ਰੇਕੇਜ ਹੈ ਵਿੱਚ ਕ੍ਰੋਮੋਸੋਮ ਹੈ, ਇਸ ਲਈ ਉਹਨੂੰ ਜਾਂ ਤਾਂ ਡਿਸਕੰਟੀਨਿਊਸ ਜਾਂ ਕ੍ਰੋਮੋਸੋਮਲ ਸਪਿੰਡਲ ਫਾਈਬਰਸ ਬੋਲਦੇ ਨੇ। ਬਟ ਕੁਝ ਸਪਿੰਡਲ ਫਾਈਬਰਸ ਹੁੰਦੇ ਨੇ ਜਿਹੜੇ ਸਪੋਰਟਿੰਗ ਹੁੰਦੇ ਨੇ ਤੇ ਕੰਟੀਨਿਊਸ ਹੁੰਦੇ ਨੇ, मतलब कि वो सेंट्रोइड तो शुरू होएगा और किसी क्रोमोसोम नाल अटैच नहीं होएगा तो दूसरे सेंट्रोइड ते एंड होएगा। इन्हें बोलेंगे कंटिन्यूअस स्पिंडल फाइबर, सपोर्टिंग स्पिंडल फाइबर। ਹੁਣ ਆਪਾਂ ਚੱਲਦੇ ਥੋੜਾ ਅੱਗੇ। ਹੁਣ ਜਿਹੜਾ ऑनसेट ऑफ एनाफेज है, मेटाफेज खत्म होने तो बाद आएगा एनाफेज। ना ईच क्रोमोसोम है ना वो अरेंज है ना मेटाफेज प्लेट ते to split हो जाते simultaneously and two daughter chromatids are now referred to as daughter chromosomes। split हो जाएंगे मतलब दो chromatids सीगे। ਹੁਣ ਇਹਦਾ ਕੀ ਮਤਲਬ ਹੈ? अपन पढ़े थे डीएनए मटेरियल डुप्लीकेट ਹੁੰਦਾ ਤਾਂ ਉਸ ਕਰਕੇ ਹੀ ਦੋ ਸਿਸਟਰ ਕ੍ਰੋਮੈਟਿਡਸ ਹੁੰਦੇ ਨੇ। ਫਿਰ ਦੋਨੋਂ ਸਿਸਟਰ ਕ੍ਰੋਮੈਟਿਡਸ ਦੇ ਅੰਦਰ ਡੀਐਨਏ ਕੰਟੈਂਟ ਤੇ ਉਹਨਾਂ ਦਾ अरेंजमेंट तो सेम ही है, वो एग्जैक्ट कॉपीज एक दूसरे की, तो हाफ के अंदर डिवाइड होके अपने अपने सेल के अंदर चले जाएंगे, ठीक है। उस तो बाद की होगी अपने अपने सेल की तरफ जो जाएंगे तो सेंट्रोमियर स्प्लिटिंग हो जाएगी तो दोनों एक एक सिस्टर क्रोमैटिड एक एक पोल की तरफ जाएंगे। तो हुण ਜਿਹੜੇ सिस्टर क्रोमैटिड्स ਨੂੰ ਆਪਾਂ ਡਾਟਰ ਕ੍ਰੋਮੋਸੋਮ ਬੋਲਾਂਗੇ ਕਿਉਂਕਿ ਉਹ ਇੱਕ ਡਾਟਰ ਸੈੱਲ ਦੇ ਅੰਦਰ ਜਾ ਰਹੇ ਨੇ, ਠੀਕ ਹੈ। ਹੁਣ ਜਿਹੜਾ ਈਚ ਕ੍ਰੋਮੋਸੋਮ ਹੈ ਉਹ ਕੀ ਹੁੰਦਾ, ਮੂਵ ਅਵੇ ਹੁੰਦਾ ਇਕੁਆਟੋਰੀਅਲ ਪਲੇਟ ਤੋਂ ਤੇ ਸੈਂਟਰ ਆਫ ਈਚ chromosome remains directed towards the pole and hence at the leading edge with the arms of the chromosome trailing behind। ਹੁਣ ਇਹਦਾ ਕੀ ਮਤਲਬ ਹੈ? ਡਾਟਰ ਨਿਊਕਲੀਅਰ ਤੇ ਡਾਟਰ ਕ੍ਰੋਮੋਸੋਮ ਤਾਂ ਹੋ ਗਏ,
ਜਦੋਂ ਉਹਨਾਂ ਦੀ ਮਾਈਗ੍ਰੇਸ਼ਨ ਆਪੋਜ਼ਿਟ ਪੋਲਸ ਦੇ ਉੱਤੇ ਹੋ ਜਾਂਦੀ ਹੈ, ਹੁਣ ਕੀ ਹੁੰਦਾ ਇਹ, ਦੇ ਮੂਵ ਅਵੇ ਫਰੋਮ ਦੀ ਇਕੁਆਟੋਰੀਅਲ ਪਲੇਟ, ਇਹ ਵੀ ਹੋ ਗਿਆ। ਬਟ ਜਿਵੇਂ ਕਿ ਪਹਿਲਾਂ ਦੱਸਿਆ ਸੀਗਾ ਕਿ ਕ੍ਰੋਮੈਟਿਡਸ ਆਪਣੇ ਪੋਲ ਦੀ ਤਰਫ ਲਾਈਨ ਹੁੰਦੇ ਨੇ, ਬਟ ਜਿਵੇਂ ਸਪਿੰਡਲ ਫਾਈਬਰ ਸ਼ਾਰਟਨਿੰਗ ਜਾਂ ਕੰਡੈਂਸੇਸ਼ਨ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਜਿਹੜਾ ਸੈਂਟਰਲ ਨਾਲ ਕਨੈਕਟ ਹੈ ਇਹਦੀ ਲੈਂਥ ਘੱਟ ਹੋਣੀ ਸ਼ੁਰੂ ਹੋ ਜਾਏਗੀ, ਉਸ ਕਰਕੇ ਉਹ ਸਪਲਿਟਿੰਗ ਹੋ ਜਾਏਗੀ ਤੇ ਸਿਸਟਰ ਕ੍ਰੋਮੋਸੋਮ ਉਹ ਆਪੋਜ਼ਿਟ ਪੋਲ ਦੀ ਤਰਫ ਮੂਵ ਕਰੇਗਾ। ਪਹਿਲਾਂ ਤੇ ਇਹ ਕ੍ਰੋਮੈਟਿਡ ਜਿਹੜੇ ਹੁੰਦੇ ਨੇ ਉਹ ਪੋਲ ਦੀ ਤਰਫ ਨੂੰ ਅਲਾਈਨ ਹੁੰਦੇ ਨੇ, ਪਰ ਜਦੋਂ ਡਿਵੀਜ਼ਨ ਹੋ ਕੇ ਉਹ ਆਪੋਜ਼ਿਟ ਪੋਲ ਦੀ ਤਰਫ ਐਕਚੁਅਲੀ ਮੂਵ ਕਰਦੇ ਨੇ ਤਾਂ ਜਦੋਂ ਸੈਂਟਰੋਮੀਅਰ ਹੈ ਉਹਦੇ ਨਾਲ ਅਟੈਚ ਹੁੰਦਾ ਸਪਿੰਡਲ ਫਾਈਬਰ ਤਾਂ ਉਹ ਪੋਲ ਦੀ ਤਰਫ ਡਾਇਰੈਕਟਡ ਹੈ, ਮਤਲਬ ਉਹਦੀ ਡਾਇਰੈਕਸ਼ਨ ਇਸ ਤਰਫ ਹੈ। ਤੇ ਜਿਹੜੇ ਕ੍ਰੋਮੈਟਿਡਸ ਹੈ ਤੇ ਟ੍ਰੇਲ ਬਿਹਾਈਂਡ ਦੀ ਲੈਗ ਬਿਹਾਈਂਡ ਦੀ ਸੈਂਟਰੋਮੀਅਰ। ਹੁਣ ਆਏਗਾ ਕਿ ਜਿਹੜਾ ਸੈਂਟਰੋਮੀਅਰ ਹੈ ਉਹੀ ਹੈ ਡਾਇਰੈਕਟਡ ਟੁਵਰਡਸ ਦੀ ਪੋਲ, ਤੇ ਜਿਹੜਾ ਲੀਡਿੰਗ ਦੀ ਐਜ ਤੇ ਆਰਮਸ ਜਿਹੜੇ ਹੁੰਦੇ ਨੇ ਟ੍ਰੇਲਿੰਗ ਬਿਹਾਈਂਡ ਹੁੰਦੇ ਨੇ। ਐਨਾਫੇਜ਼ ਸਟੇਜ ਇਜ਼ ਕੈਰੈਕਟਰਾਈਜ਼ਡ ਬਾਈ, ਹੁਣ ਐਨਾਫੇਜ਼ ਸਟੇਜਸ ਦੀ ਕੈਰੈਕਟਰਿਸਟਿਕਸ ਕੀ ਹੈ, ਸੈਂਟਰੋਮੀਅਰ ਸਪਲਿਟ ਹੋਏਗਾ, ਕ੍ਰੋਮੈਟਿਡ ਸੈਪਰੇਟ ਹੋਣਗੇ, ਕ੍ਰੋਮੈਟਿਡ ਦੇ ਆਪੋਜ਼ਿਟ ਪੋਲਸ ਦੀ ਤਰਫ ਮੂਵ ਕਰਨਗੇ। ਠੀਕ ਹੈ, ਹੁਣ ਇੱਕ ਐਨਡੀਏ ਦੇ ਅੰਦਰ ਹੋਰ ਕੁਐਸਚਨ ਆਇਆ ਸੀਗਾ ਕਿ ਮੈਟਾਫੇਜ਼ ਐਂਡ ਐਨਾਫੇਜ਼ ਮੇਕ ਸ਼ੋਰ ਦੈਟ ਈਚ ਡਾਟਰ ਸੈਲ receives one chromatid from each chromatid pair। ਕਿ ਮੈਟਾਫੇਜ਼ ਦੇ ਅੰਦਰ ਹੀ ਹੋ ਰਿਹਾ ਕਿ ਜਾ ਕੇ ਮੈਟਾਫੇਜ਼ ਪਲੇਟ ਤੇ ਅਲਾਈਨ ਹੋ ਰਹੇ ਨੇ, ਤੇ ਐਨਾਫੇਜ਼ ਦੇ ਅੰਦਰ ਹੋ ਰਿਹਾ ਕਿ ਸਪਲਿਟ ਹੋ ਕੇ ਆਪੋਜ਼ਿਟ ਪੋਲਸ ਦੀ ਤਰਫ ਮੂਵ ਕਰ ਰਹੇ ਨੇ। ਤੇ ਇਹਨਾਂ ਦੋਨਾਂ ਦਾ ਹੀ ਫੰਕਸ਼ਨ ਹੈ ਕਿ ਉਹ ਹਰ ਇੱਕ ਸੈੱਲ ਦੇ ਅੰਦਰ ਇੱਕ ਡਾਟਰ ਕ੍ਰੋਮੋਸੋਮ ਦੀ ਕਾਪੀ ਪਹੁੰਚ ਰਹੀ ਹੈ ਤੇ ਡਿਪਲੋਇਡ ਮਤਲਬ ਡੀਐਨਏ ਕੰਟੈਂਟ ਮੇਨਟੇਨ ਹੋ ਰਿਹਾ ਤੇ ਸੈੱਲ ਦੀ ਡਿਪਲੋਇਡ ਮੇਨਟੇਨ ਹੋ ਰਹੀ ਹੈ। ਹੁਣ ਆਏਗਾ ਟੀਲੋਫੇਜ਼। ਟੀਲੋਫੇਜ਼ ਦੇ ਅੰਦਰ ਕੀ ਹੁੰਦਾ ਕਿ ਇਹਨੂੰ ਐਂਟੀ ਪ੍ਰੋਫੇਜ਼ ਵੀ ਬੋਲਦੇ ਨੇ। ਇਹ ਕੀ ਹੁੰਦਾ ਕਿ ਦ ਬਿਗਨਿੰਗ ਆਫ ਫਾਈਨਲ ਸਟੇਜ ਆਫ ਕੈਰੀਓਕਾਈਨੇਸਿਸ ਹੁੰਦਾ, ਮਤਲਬ ਨਿਊਕਲੀਅਰ ਡਿਵੀਜ਼ਨ, ਉਹ ਹੁੰਦਾ ਟੀਲੋਫੇਜ਼। ਜਿਹੜਾ ਕ੍ਰੋਮੋਸੋਮਸ ਹੁੰਦੇ ਉਹ ਆਪਣੀ ਇੰਡੀਵਿਜੂਅਲਿਟੀ ਲੂਜ਼ ਕਰਨਾ ਸ਼ੁਰੂ ਕਰ ਜਾਂਦੇ ਨੇ। ਠੀਕ ਹੈ, ਇੰਡੀਵਿਜੂਅਲਿਟੀ ਲੂਜ਼ ਕਰਤੀ। ਇਹਦਾ ਕੀ ਮਤਲਬ ਹੋਇਆ, ਜਦੋਂ ਪ੍ਰੋਫੇਜ਼ ਸੀਗਾ ਉਦੋਂ ਵੀ ਹਮੇ ਇੰਡੀਵਿਜੂਅਲ ਕ੍ਰੋਮੋਸੋਮਸ ਨਹੀਂ ਸੀਗੇ, ਉਦੋਂ ਕੰਡੈਂਸੇਸ਼ਨ ਸਟਾਰਟ ਹੋਈ ਸੀ ਤੇ ਲੇਟ ਪ੍ਰੋਫੇਜ਼ ਦੇ ਅੰਦਰ ਸਾਰੇ ਕੰਡੈਂਸੇਸ਼ਨ ਉਹਨਾਂ ਦੀ ਕੰਪਲੀਟ ਹੋ ਗਈ, ਕ੍ਰੋਮੋਸੋਮ ਦੀ ਸ਼ੇਪ ਦੇ ਅੰਦਰ ਆ ਗਈ ਸੀ। ਹੁਣ ਉਹ ਟੋਟਲੀ ਆਪੋਜ਼ਿਟ ਹੋ ਰਿਹਾ, ਕੰਡੈਂਸਡ ਹੈ ਤੇ ਉਹਨਾਂ ਆਪਣੀ ਸ਼ੇਪ ਲੂਜ਼ ਕਰ ਰਹੇ ਨੇ, ਤਾਂ ਕਰਕੇ ਇਹਨੂੰ ਐਂਟੀ ਪ੍ਰੋਫੇਜ਼ ਵੀ ਬੋਲਦੇ ਨੇ। ਜਿਹੜੀ ਆ ਚੀਜ਼ ਹੈ ਨਾ ਇਹ ਐਨਡੀਏ ਦੇ ਅੰਦਰ ਆ ਚੁੱਕੀ ਹੈ ਡੈਮੋਕਰੇਟਸ ਦੇ ਅੰਦਰ। ਤਾਂ ਫਾਈਨਲ ਸਟੇਜ ਟੀਲੋਫੇਜ਼ ਉਹ ਕੀ ਹੁੰਦਾ ਰਿਸਪੈਕਟਿਵ ਪੋਲਸ ਤੇ ਪਹੁੰਚ ਚੁੱਕੇ ਨੇ ਆਲਰੇਡੀ, ਤੇ ਉਹਨਾਂ ਡੀਕੰਡੈਂਸ ਹੋ ਰਹੇ ਨੇ ਤੇ ਆਪਣੀ ਇੰਡੀਵਿਜੂਅਲਿਟੀ ਨੂੰ ਲੂਜ਼ ਕਰ ਰਹੇ ਨੇ। ਜਿਹੜੇ ਇੰਡੀਵਿਜੂਅਲ ਕ੍ਰੋਮੋਸੋਮਸ ਹੈ they can no longer be seen and each set of chromosome material tends to collect at each of the two poles। individual chromosomes ਹੁਣ ਦਿਖਣਗੇ ਨਹੀਂ ਤੇ each set of sister chromatids ਨਾਲ ਜਿੰਨਾ ਵੀ ਉਹ ਪੂਰਾ ਇੱਕ ਸੈੱਟ ਬਣ ਗਿਆ 23 chromosomes ਦਾ, ਉਹ ਆਪਾਂ ਨੂੰ ਹਰ ਇੱਕ ਪੋਲ ਤੇ ਐਂਡ ਤੇ ਦਿਖੇਗਾ। ਠੀਕ ਹੈ, individual chromosomes no longer seen, the each set of chromatid materials tend to collect at each pole। ਹੁਣ ਕੀ ਹੋਏਗਾ ਕਿ ਜਿਹੜਾ chromosome cluster ਹੈ at opposite spindle poles and their individual identity is lost as discrete elements। chromosome ਦਾ opposite poles ਤੇ ਪਹੁੰਚਣ ਤੋਂ ਬਾਅਦ ਤੇ ਉਹਨਾਂ ਦੀ ਆਈਡੈਂਟਿਟੀ ਲੂਜ਼ ਹੋ ਗਈ ਐਜ਼ ਡਿਸਕ੍ਰੀਟ ਐਲੀਮੈਂਟਸ ਜਿਹੜੇ ਕ੍ਰੋਮੋਸੋਮ ਦੇ ਫੇਸ ਸ਼ੇਪ ਦੇ ਫਾਰਮ ਦੇ ਅੰਦਰ ਸੀਗੇ। ਜਿਹੜਾ ਨਿਊਕਲੀਅਰ ਐਨਵੈਲਪ ਹੈ ਉਹ ਉਹਨਾਂ ਦੇ ਕ੍ਰੋਮੋਸੋਮਸ ਦੇ ਅਰਾਊਂਡ ਬਣਨਾ ਸ਼ੁਰੂ ਹੋ ਜਾਂਦਾ ਹੈ ਦੋਨਾਂ ਪੋਲਸ ਤੇ, ਐਂਡ ਟੂ ਡਾਟਰ ਨਿਊਕਲੀਅਰ ਬਣਨੇ ਸ਼ੁਰੂ ਹੋ ਜਾਂਦੇ ਨੇ। ਆਪਾਂ ਨੇ ਲੇਟ ਪ੍ਰੋਫੇਸ ਵਗੈਰਾ ਤੇ ਪੜ੍ਹਿਆ ਸੀਗਾ ਕਿ ਪੂਰੀ ਨਿਊਕਲੀਅਰ ਮੈਮਬ੍ਰੇਨ ਦੀ ਡਿਸਇੰਟੀਗ੍ਰੇਸ਼ਨ ਜ਼ਰੂਰ ਹੋ ਜਾਂਦੀ ਹੈ ਤੇ ਮੈਟਾਫੇਜ਼ ਸਟਾਰਟ ਤੇ ਕੰਪਲੀਟ ਡਿਸਇੰਟੀਗ੍ਰੇਸ਼ਨ ਹੋ ਜਾਂਦੀ ਹੈ। ਠੀਕ ਹੈ, ਉਰੇ ਹੁਣ ਵਾਪਸ ਨਿਊਕਲੀਅਰ ਐਨਵੈਲਪ ਬਣਨਾ ਸ਼ੁਰੂ ਹੋ ਗਿਆ। ਆਪਾਂ ਨੇ ਇਹ ਵੀ ਪੜ੍ਹਿਆ ਸੀਗਾ ਕਿ ਗੋਲਜੀ ਕੰਪਲੈਕਸ ਨਿਊਕਲੀਓਲਸ ਇਹ ਸਭ ਡਿਸਅਪੀਅਰ ਹੋ ਜਾਂਦੇ ਨੇ,
ਪੂਰੇ ਹੁਣ ਰੀਅਪੀਅਰ ਹੋ ਜਾਣਗੇ, ਰੀਫਾਰਮ। ਹੁਣ ਆਉਂਦੇ ਸਾਈਟੋਕਾਈਨੇਸਿਸ। ਉਸ ਤੋਂ ਪਹਿਲਾਂ ਆਪਾਂ ਸਾਈਡ ਡਾਇਗਰਾਮ ਨਾਲ ਸਮਝ ਲੈਂਦੇ ਹਾਂ। ਹੁਣ ਆਪਾਂ ਨੂੰ ਦਿਖ ਰਿਹਾ ਕਿ ਜਿਹੜਾ ਸੈਂਟਰੋਮੀਅਰ ਹੈ ਉਹ ਪੋਲ ਦੀ ਤਰਫ ਡਾਇਰੈਕਟਡ ਹੈ ਤੇ ਜਿਹੜੀ ਆਰਮਸ ਹੈ ਉਹ ਟ੍ਰੇਲ ਬਿਹਾਈਂਡ ਕਰ ਰਹੀਆਂ ਨੇ। ਇਹ ਦੋਨੋਂ ਦੋ ਆਪੋਜ਼ਿਟ ਪੋਲਸ ਤੇ ਮੂਵ ਕਰ ਰਹੇ ਨੇ। ਜਿਹੜਾ ਟੀਲੋਫੇਜ਼ ਹੈ, ਟੀਲੋਫੇਜ਼ ਦੇ ਅੰਦਰ ਆਪਾਂ ਦੇਖ ਸਕਦੇ ਹਾਂ ਨਿਊਕਲੀਅਰ ਮੈਮਬ੍ਰੇਨ ਬਣ ਰਹੀ ਹੈ, क्रोमोसोम्स की इंडिविजुअलिटी लॉस हो चुकी है तो और एक अपन हमें सेंटर के कंस्ट्रक्शन में दिख रही है, मतलब साइटोकाइनेसिस का प्रोसेस स्टार्ट होएगा। साइटोकाइनेसिस ਹੁੰਦਾ या साइटोकाइनेसिस ਹੁੰਦਾ ना, ये लेट एनाफेज से स्टार्ट हो जाता है, स्टार्टेड लेट एनाफेज। ते इसमें माइटोसिस की अकम्प्लिश करते हैं not only segregation of duplicate chromosomes and daughter nuclei, कैरियोकाइनेसिस तो हो गया, कैरियोकाइनेसिस में तो बोल रहे डुप्लीकेट क्रोमोसोम daughter nuclei तक पहुंच गए, but cell itself is also divided into two daughter cells by the separation of cytoplasm called cytokinesis। ਇਹਦਾ ਕੀ ਮਤਲਬ ਹੈ ਕਿ ਜਿਹੜਾ ਸਾਈਟੋਪਲਾਜ਼ਮ ਹੈ ਤੇ ਆਰਗੈਨਿਜ਼ਮ ਦੀ ਰੈਪਲੀਕੇਸ਼ਨ ਹੋਈ ਸੀ ਉਹ ਵੀ ਡਾਟਰ ਸੈਲ ਦੇ ਅੰਦਰ ਡਿਵਾਈਡ ਹੋ ਜਾਂਦੇ ਨੇ, ਦੋਨੋਂ ਡਾਟਰ ਸੈਲਸ ਦੇ ਅੰਦਰ, ਤੇ ਸਾਈਟੋਕਾਈਨੇਸਿਸ ਦੇ ਪ੍ਰੋਸੈਸ ਵੀ ਸਟਾਰਟ ਹੋ ਜਾਂਦੇ। ਸਾਈਟੋਕਾਈਨੇਸਿਸ ਦੇ ਐਂਡ ਤੇ ਕੀ ਹੁੰਦਾ ਕਿ ਦੋ ਸੈਲਸ ਕੰਪਲੀਟਲੀ ਡਿਵਾਈਡ ਹੋ ਕੇ ਸੈਪਰੇਟ ਹੋ ਜਾਂਦੇ। ਹੁਣ ਇਹ ਸਾਈਟੋਕਾਈਨੇਸਿਸ ਦਾ ਪ੍ਰੋਸੈਸ ਐਨੀਮਲ ਤੇ ਪਲਾਂਟ ਸੈਲਸ ਨਾਲ ਡਿਫਰੈਂਟ ਹੈ। ਜਿਹੜਾ ਐਨੀਮਲ ਸੈਲ ਹੈ ਉਹ ਕਿਵੇਂ ਹੁੰਦਾ, ਉਹਦੇ ਅੰਦਰ ਐਨੀਮਲ ਸੈਲ ਦੇ ਨਾਲ ਇੱਕ ਫਰੋ ਬਣ ਜਾਂਦਾ, ਅਪੀਅਰੈਂਸ ਆਫ ਫਰੋ ਇਨ ਦੀ ਪਲਾਜ਼ਮਾ ਮੈਮਬ੍ਰੇਨ। ਜਿਹੜਾ ਫਰੋ है वो ग्रेजुअली डीपन होएगा, जिसमें कि यहाँ पुलिस कंस्ट्रक्शन है, फरो बोलते हैं, ठीक है। फरो ग्रेजुअली डीपन होता जाएगा ते सेल साइटोप्लाज्म दो अंदर डिवाइड हो जाएगा। उसके ऑपोजिट ਜਿਹੜਾ प्लांट सेल है वो इनक्लोज ਹੁੰਦਾ है रिलेटिवली इनफ्लेक्सिबल सेल वॉल ਦੇ ਅੰਦਰ। प्लांट सेल ਦੇ ਸੈਲ ਵਾਲ, ਸੈਲ ਜਿਹੜਾ ਹੁੰਦਾ ਇਨਫਲੈਕਸੀਬਲ ਕਿ ਹੁੰਦਾ ਕਿ ਬਾਹਰ ਇੱਕ ਸੈਲ ਵਾਲ ਹੁੰਦੀ ਹੈ ਤੇ ਸੈਲ ਮੈਮਬ੍ਰੇਨ ਦਾ ਫਲੈਕਸੀਬਲ ਹੈ, ਬਟ ਬਾਹਰ ਜਿਹੜੀ ਸੈਲ ਵਾਲ ਹੈ ਉਹ ਫਲੈਕਸੀਬਲ ਨਹੀਂ ਹੈ, ਜਿਵੇਂ ਕਿ ਸਾਈਟੋਪਲਾਜ਼ਮ ਹੈ। ਸਾਈਟੋਪਲਾਜ਼ਮ ਸਾਰੀ ਸੈਲ ਮੈਮਬ੍ਰੇਨ ਹੈ ਤੇ ਸੈਲ ਵਾਲ ਹੈ, ਠੀਕ ਹੈ। ਤਾਂ ਹੁਣ ਜਿਹੜਾ ਸੈਲ ਹੈ, ਸੈਲ ਮੈਮਬ੍ਰੇਨ ਹੈ, ਉਹ ਤਾਂ ਉਹਨੂੰ ਅਗਰ ਬਲ ਮਤਲਬ ਇੰਕਰੀਜ਼ ਵੀ ਕਰਨਾ ਹੋਵੇ, ਫਲੈਕਸੀਬਲ ਵੀ ਹੋਵੇ ਤੇ ਗਿਵਨ ਅਮਾਊਂਟ ਤੱਕ ਹੋ ਸਕਦੀ ਹੈ। ਜਿਵੇਂ ਕਿ ਆਪਾਂ ਬੋਲ ਸਕਦੇ ਹਾਂ ਕਿ ਪਲਾਂਟ ਸੈਲਸ ਬਲਜ ਵੈਨ ਕੈਪਟ ਇਨ ਹਾਈਪੋਟੋਨਿਕ ਸੋਲਿਊਸ਼ਨ, ਉਹ ਤਾਂ ਇੱਕ ਸਟੇਜ ਤੱਕ ਹੀ ਪਹੁੰਚ ਕੇ ਬਸ ਉਹਨਾਂ ਕੀ ਕਰ ਸਕਦੀ, ਉਸ ਤੋਂ ਬਾਅਦ ਨਹੀਂ ਕਰ ਸਕਦੀ। ਤਾਂ ਇਹ ਕਰਕੇ ਐਵੇਂ ਡਿਵੀਜ਼ਨ ਲਈ ਵੀ ਜਿਹੜੀ ਸੈਲ ਵਾਲ ਹੈ ਉਹ ਇਨਫਲੈਕਸੀਬਲ ਹੁੰਦੀ ਹੈ, ਤਾਂ ਕਰਕੇ ਐਵੇਂ ਫਰੋ ਫਾਰਮੇਸ਼ਨ ਵਗੈਰਾ ਨਹੀਂ ਹੋ ਸਕਦੀ ਹੈ। ਜਦੋਂ ਫਰੋ ਫਾਰਮੇਸ਼ਨ ਹੁੰਦੀ ਹੈ ਪਲਾਂਟ ਸੈਲ ਦੇ ਅੰਦਰ, ਇਹ ਵੀ ਇੱਕ ਸੈਲ ਵਾਲ ਵੀ ਡਿਵਾਈਡ ਹੋਣੀ ਹੈ, ਤਾਂ ਕੀ ਹੋਏਗਾ relatively inflexible cell membrane। Therefore, ਉਹਨਾਂ ਦੇ ਅੰਦਰ कैरियोकाइनेसिस ਕਿਵੇਂ ਹੁੰਦਾ by different mechanism। In plant cells, the wall formation starts in the center of the cell and grows outwards to meet the existing lateral wall। ਇਹਦਾ ਕੀ ਹੁਣ ਮਤਲਬ ਕੀ ਹੋਇਆ, मतलब हमें सेल डिवाइड करते हैं, ठीक है। हमें सेल डिवाइड कर रहे हो, क्रोमोसोम पहुंच के क्रोमोसोम पहुंच के मेरे सेल वाल डिपोजिशन स्टार्ट हो गई, हौली हौली वो एंड ते लेटरल एंड्स ਨੂੰ ਮੀਟ ਕਰ ਜਾਏਗੀ ਤੇ ਹमें ਆਪਾਂ ਨੂੰ ਦੋ ਡਾਟਰ ਸੈਲਸ ਮਿਲ ਜਾਣਗੇ, ਠੀਕ ਹੈ। ਇਸ ਦੇ ਆਪੋਜ਼ਿਟ ਐਨੀਮਲ ਸੈਲ ਦੇ ਅੰਦਰ ਹੁੰਦੀ ਹੈ ਇੱਕ ਫਰ ਫਾਰਮੇਸ਼ਨ ਹੁੰਦੀ ਹੈ, तो ग्रेजुअली डीपन ਹੁੰਦੀ ਜਾਏਗੀ। जो फॉर्मेशन ऑफ न्यू सेल वॉल ਹੁੰਦਾ ਹੈ, ਇੱਕ ਸਿੰਪਲ ਪ੍ਰੀਕਰਸਰ ਹੁੰਦਾ ਜਿਹਨੂੰ सेल प्लेट बोलते हैं, ठीक है। न्यू सेल वॉल बॉन्ड की सिंपल प्रिकर्सन जिनका नाम सेल प्लेट है, that represent the middle lamella between the two walls of the adjacent cells। अपने सेल वॉल के अंदर पढ़िया से प्लांट देखिए, ਉਹਦੇ ਅੰਦਰ मिडल लैमेला ਦੇ ਜਿਹੜੇ adjacent cells थ्रू कनेक्शन बना के रखी है, ਤੇ ਜਿਹੜਾ सेल वॉल है वो भी मिडल लैमेला ਨੂੰ रिप्रेजेंट करता है। एट द टाइम ऑफ साइटोप्लाज्मिक डिवीजन ਜਿਹੜਾ ऑर्गेनेली है वो
Like mitochondria plastic get distributed between the two daughter cells. Two daughter cells and distribute हो जाएगा. In some organisms, karyokinesis is not followed by cytokinesis, as a result of which multinuclear conditions arise, leading to formation of syncytium, यानी liquid endosperm of coconut. ਉਹਦੇ ਅੰਦਰ ਕੀ ਹੁੰਦਾ ਹੈ ਕਿ ਜਿਹੜਾ ਸਾइटोप्लाज्मिक डिवीजन है ना, ये तो ठीक है कि माइटोकॉन्ड्रिया भी डिवाइड हो जाएगा. साइटोप्लाज्मिक डिवीजन है जिनमें मतलब जिन्होंने कैरियोकाइनेसिस बोलते हैं. उस तो बाद में साइटोकाइनेसिस नहीं होता, नॉट फॉलोड बाय साइटोकाइनेसिस. का मतलब क्या होएगा कि इस सेल के अंदर ही मल्टीपल अपन क्रोमोसोम्स हो जाएंगे, डीएनए मटेरियल ਦੀ ਰੈਪਲੀਕੇਸ਼ਨ ਮਿਲੂਗਾ, ਤਾਂ ਫਿਰ ਉਹਨਾਂ ਦੇ ਅੰਦਰ ਕੀ ਬਣ ਜਾਂਦੇ ਸਿੰਥੇਸ਼ੀਅਮ, ਜਿਹਨੂੰ ਮਲਟੀਨਿਊਕਲੀਅਰ ਸਟੇਟ ਬੋਲਦੇ ਆ. ਹਮੇਸ਼ਾ ਨਾਲ ਸਿੰਥੇਸ਼ੀਅਮ ਜਿਹੜਾ ਹੁੰਦਾ ਮਲਟੀਨਿਊਕਲੀਅਰ. ਤੇ ਇਹਦੀ ਐਗਜ਼ਾਮਪਲ ਆ ਜਾਏਗੀ ਉਹਦੀ liquid endosperm of coconut. ਹੁਣ ਆਉਂਦੇ ਸਿਗਨੀਫਿਕੈਂਸ ਆਫ ਮਾਈਟੋਸਿਸ ਕੀ ਹੈ. ਹੁਣ ਉਸ ਤੋਂ ਪਹਿਲਾਂ ਕੁਝ ਹੋਰ ਪੁਆਇੰਟਸ ਮੈਂ ਦੱਸਣਾ ਚਾਹੂੰਗੀ ਕਿ ਜਿਹੜਾ ਐਨੀਮਲ ਸੈਲ ਹੈ ਨਾ, ਉੱਥੇ ਇੱਕ ਪੈਰੀਫਰਲ ਰਿੰਗ ਪ੍ਰੈਜ਼ੈਂਟ ਹੁੰਦੀ ਹੈ ਜਿਹੜੇ ਮਾਈਕਰੋਫਿਲਾਮੈਂਟਸ ਤੋਂ ਬਣੀ ਹੁੰਦੀ ਹੈ. ਇਹ ਬਸ ਸੁਣ ਲੈਣਾ, ਮਤਲਬ ਐਸਾ ਲਿਖਣਾ ਨਹੀਂ, ਇੰਨਾ ਇੰਪੋਰਟੈਂਟ ਨਹੀਂ ਹੈ, ਬਸ ਸੁਣ ਲੈਣਾ ਕਿ ਉਹ ਪੈਰੀਫਰਲ ਰਿੰਗ ਹੁੰਦੀ ਹੈ ਉਹਨਾਂ ਦੇ ਅੰਦਰ ਜਿਹੜਾ ਮਾਈਕਰੋਫਿਲਾਮੈਂਟ ਤੋਂ ਬਣੀ ਹੁੰਦੀ ਹੈ, ਤੇ ਇੱਕ ਸੈਂਟਰਲ ਤੇ ਮਿਡ ਬੋਡੀ ਹੁੰਦੀ ਹੈ ਟਿਊਬਿੰਗ ਪ੍ਰੋਟੀਨ ਤੇ ਬਣੀ ਹੁੰਦੀ ਹੈ. ਇਹ ਬਣਦੀ ਹੈ ਬਾਈ ਬ੍ਰੇਕਡਾਊਨ ਆਫ ਸਪਿੰਡਲ ਫਾਈਬਰਸ. ਤੇ ਹੌਲੀ ਹੌਲੀ ਜਦੋਂ ਫਰੋ ਬਣਨਾ ਸ਼ੁਰੂ ਹੁੰਦੇ ਨੇ, ਇਹੀ ਜਿਹੜੇ ਦੋਨੋਂ ਮਟੀਰੀਅਲਸ ਹੈ ਪੈਰੀਫਰਲ ਰਿੰਗ ਤੇ ਮਿਡ ਬੋਡੀ, ਇਹ ਕੰਸਟਰਕਸ਼ਨ ਕਰਕੇ ਉੱਥੇ ਸੈਲ ਮੈਂਬਰੇਨ ਡਿਪੋਜ਼ਿਟ ਕਰਵਾ ਦਿੰਦੇ ਨੇ ਤੇ ਦੋ ਡਿਫਰੈਂਟ ਸੈਲਸ ਬਣ ਜਾਂਦੇ ਨੇ ਤੇ ਉਹ ਆਪਣੇ ਇੱਕ ਦੂਜੇ ਤੋਂ ਡਿਟੈਚ ਹੋ ਜਾਂਦੇ ਨੇ. ਪਲਾਂਟ ਸੈਲ ਦੇ ਅੰਦਰ ਇਹ ਹੁੰਦਾ ਕਿ ਸੈਂਟਰ ਤੇ ਇੱਕ ਬੋਡੀ ਹੁੰਦੀ ਹੈ ਜਿਹਨੂੰ ਸੈਲ ਪਲੇਟ ਬੋਲਦੇ ਨੇ, ਠੀਕ ਹੈ. ਉਹਦੇ ਅੰਦਰ ਪੂਰੇ ਇੱਕ ਪਹਿਲਾਂ ਫ੍ਰੈਗਮੋਪਲਾਸਟ ਹੁੰਦਾ ਜੇ ਗੋਲਜੀ ਜਾਂ ਐਪਰੇਟਸ ਦਾ ਕੰਟੈਂਟ ਹੁੰਦਾ, ਨਾਲ ਈਅਰ ਦਾ, ਨਾਲ ਮਾਈਕਰੋਟਿਬਿਊਲ ਦਾ, ਠੀਕ ਹੈ. ਉਹਦੇ ਅੰਦਰ ਹੌਲੀ ਹੌਲੀ ਡਿਪੋਜੀਸ਼ਨ ਸ਼ੁਰੂ ਹੋ ਜਾਂਦੀਆਂ ਨੇ ਤੇ ਸੈਲ ਪਲੇਟ ਬਣ ਜਾਏਗੀ. ਫਿਰ ਸੈਲ ਪਲੇਟ ਤੋਂ ਬਾਅਦ ਉੱਥੇ ਮਿਡਲ ਲੈਮੇਲੇ ਬਣ ਜਾਣਗੇ. ਹੁਣ ਆਉਂਦੇ ਮਾਈਟੋਸਿਸ ਔਰ ਇਕੁਏਸ਼ਨਲ ਡਿਵੀਜ਼ਨ ਦੀ ਇੰਪੋਰਟੈਂਸ ਕੀ ਹੈ. ਕੀ ਹੁੰਦਾ ਕਿ ਯੂਜਲੀ ਰਿਸਟ੍ਰਿਕਟਡ ਟੂ ਡਿਪਲੋਇਡ ਸੈਲਸ, ਸਿਰਫ ਡਿਪਲੋਇਡ ਸੈਲਸ ਹੀ ਦਿਖਾਉਂਦੇ ਨੇ, ਬਟ ਕੁਝ ਲੋਅਰ ਪਲਾਂਟਸ ਦੇ ਅੰਦਰ ਹਨਾ ਇਹ ਤੇ ਕੁਝ ਸੋਸ਼ਲ ਇਨਸੈਕਟਸ ਦੇ ਅੰਦਰ diploid cells can also divide by mitosis. It is very essential to understand the significance of this division in the life of organism. ਇਹਦਾ ਹੁਣ significance ਕੀ ਹੈ. Mitosis usually result in the production of haploid daughter cells. ਠੀਕ ਹੈ, haploid daughter cells ਹੈ ਉਹ ਬਣ ਜਾਂਦੇ ਨੇ, ਨਹੀਂ ਸਰ diploid ਨਹੀਂ, mitosis ਦੇ end ਦਾ diploid ਬਣਦੇ with identical genetic material. The growth of multicellular organism is due to mitosis. growth ਜਿਹੜੀ ਆਪਾਂ ਨੇ ਹੁਣ ਤੱਕ ਹੋਈ ਹੈ ਉਹ ਸਾਰੀ ਮਾਈਟੋਸਿਸ ਦੇ ਥਰੂ ਹੋਈ ਹੈ, ਮਤਲਬ ਇਕੁਏਸ਼ਨਲ ਡਿਵੀਜ਼ਨ ਹੈ, ਸਭ ਦਾ ਡੀਐਨਏ ਕੰਟੈਂਟ ਸੇਮ ਹੈ ਹਰ ਇੱਕ ਸੈਲ ਦਾ. ਬਟ ਜੇ ਸੈਲ ਗਰੋਥ ਰਿਜ਼ਲਟ ਹੁੰਦੀ ਹੈ ਉਹ ਇੱਕ ਡਿਸਟਰਬੈਂਸ ਕ੍ਰੀਏਟ ਕਰ ਦਿੰਦੀ ਹੁੰਦੀ ਹੈ ਬਿਟਵੀਨ ਦੀ ਰੇਸ਼ੋ ਨਿਊਕਲੀਅਸ ਐਂਡ ਸਾਈਟੋਪਲਾਜ਼ਮ. ਸੈਲ ਗਰੋਥ ਹੈ ਡਿਸਟਰਬ ਦੀ ਰੇਸ਼ੋ ਬਿਟਵੀਨ ਨਿਊਕਲੀਅਸ ਐਂਡ ਸਾਈਟੋਪਲਾਜ਼ਮ. ਇਸ ਕਰਕੇ ਐਸੈਂਸ਼ੀਅਲ ਹੋ ਜਾਂਦਾ ਸੈਲ ਲਈ to divide to restore the nucleocytoplasmic ratio. A very significant contribution of mitosis is called cell repair. Suppose कोई सेल खराब हो गया तो उन्हें replace करना तभी mitosis हो सकता है. The cells of the upper layer of the epidermis, the lining of the gut and the blood cells are being constantly replaced. Gut lining होगी, अपने ब्लड सेल्स हो गए कॉन्स्टेंटली रिप्लेस ਹੁੰਦੇ ਨੇ, ਆਪਣੇ ਐਪੀਡਰਮਿਸ ਹੋ ਗਈ ਸਕਿਨ ਦੀ, ਉਹ ਸਭ. ਤੇ ਇਸ ਕਰਕੇ ਉਹਨਾਂ ਦੇ ਨਾ ਮਾਈਟੋਟਿਕ ਡਿਵੀਜ਼ਨ ਨਹੀਂ ਹੁੰਦਾ. ਹੁਣ ਪਲਾਂਟਸ में ਮੈਰਿਸਟੈਮੈਟਿਕ ਟਿਸ਼ੂ ਦੇ ਅੰਦਰ ਆਪਾਂ ਦੇਖਦੇ ਆ ਐਪੀਕਲ ਤੇ ਲੈਟਰਲ ਕੈਂਬੀਅਮ ਦੇ ਅੰਦਰ ਉਹ ਵੀ ਕਿਵੇਂ ਹੁੰਦਾ ਕੰਟੀਨਿਊਸ ਗਰੋਥ ਆਫ ਪਲਾਂਟਸ ਥਰੂਆਊਟ देयर ਲਾਈਫ.
ਹੁਣ ਇਸ ਨਾਲ ਆਪਣਾ ਮਾਈਟੋਸਿਸ ਖਤਮ ਹੁੰਦਾ, ਠੀਕ ਹੈ। ਹੁਣ ਜਿਹੜੇ ਆਪਾਂ ਨੇ ਉੱਪਰ ਇੱਕ ਪੜ੍ਹੀ ਸੀ ਕਿ ਨਿਊਕਲੀਅਰ ਸਾਈਟੋਪਲਾਜ਼ਮਿਕ ਰੇਸ਼ੋ ਹੈ, ਉਹ ਥਿਊਰੀ ਦਾ ਨਾਮ ਹੁੰਦਾ ਕਰਨ ਪਲਾਜ਼ਮ ਥਿਊਰੀ। ਇਹ ਵੀ ਬਸ ਨਾਮ ਯਾਦ ਰੱਖ ਲੈਣਾ ਕਿ ਕਰਨ ਪਲਾਜ਼ਮ ਥਿਊਰੀ ਦੇ ਅੰਦਰ ਕੈਰੀਓਪਲਾਜ਼ਮਿਕ ਇੰਡੈਕਸ ਦੇਖਦੇ ਨੇ, ਜਿਹੜਾ ਕਿ ਹੁੰਦਾ ਵੋਲਿਊਮ ਆਫ ਨਿਊਕਲੀਅਸ ਬਾਈ ਵੋਲਿਊਮ ਆਫ ਸਾਈਟੋਪਲਾਜ਼ਮ। ਤੇ ਇਹ ਹੁੰਦਾ ਕਿ ਗਰੋਥ ਜਿਹੜੀ ਹੁੰਦੀ ਹੈ ਨਿਊਕਲੀਅਸ ਅੰਦਰ ਕਦੇ ਨਹੀਂ ਹੁੰਦੀ, ਹਮੇਸ਼ਾ ਸਾਈਟੋਪਲਾਜ਼ਮ ਦੇ ਅੰਦਰ ਹੁੰਦੀ ਹੈ। ਤਾਂ ਨਿਊਮਰੇਟਰਸ ਕੀ ਹੁੰਦਾ ਵੋਲਿਊਮ ਆਫ ਨਿਊਕਲੀਅਸ, ਮੈਂ ਲਿਖੀ ਦਿੰਦੀ ਹਾਂ ਵੋਲਿਊਮ ਆਫ ਨਿਊਕਲੀਅਸ, नीचे आएगा वॉल्यूम ऑफ साइटोप्लाज्म, ठीक है। न्यूक्लियस की ग्रोथ तो नहीं होती है, साइटोप्लाज्म की ग्रोथ ही होती है। तो ग्रोथ होगी तो ਉਹਦੀ ਰੇਸ਼ੋ ਘੱਟ ਹੁੰਦੀ ਜਾਏਗੀ। कैरियोप्लाज्मिक इंडेक्स केरी थ्योरी से कर्न प्लाज्म थ्योरी, ठीक है, KERN। तो ਹੁਣ ਇਹ ਇੰਕਰੀਜ਼ ਹੁੰਦੀ मतलब कि आई इंडेक्स ਘੱਟ ਹੁੰਦਾ ਜਾਏਗਾ ਤੇ ਫਿਰ ਇੱਕ ਸਫੀਸ਼ੀਐਂਟ ਵੈਲਿਊ ਤੇ ਆਗੇ ਘੱਟ ਹੋ ਗਿਆ ਤਾਂ ਉਹਦੇ ਫਿਰ ਸੈਲ ਡਿਵੀਜ਼ਨ ਹੁੰਦੀ ਹੈ। ਹੁਣ ਇੱਕ ਹੋਰ ਥਿਊਰੀ ਹੈ ਦੂਜੀ, ਤਾਂ ਪਹਿਲੀ ਥਿਊਰੀ ਹੋ ਗਈ, ਦੂਜੀ ਹੁੰਦੀ ਹੈ ਸਰਫੇਸ ਏਰੀਆ ਟੂ ਵੋਲਿਊਮ ਰੇਸ਼ੋ, ਠੀਕ ਹੈ। ਇਹਦੇ ਅੰਦਰ ਕੀ ਕਰਦੇ ਹੈ ਕਿ ਜਿਹੜਾ ਗਰੋਥ ਹੁੰਦੀ ਹੈ ਇਹਦੇ ਅੰਦਰ ਰੇਸ਼ੋ ਲੈਂਦੇ ਹੁੰਦੇ ਸਰਫੇਸ ਏਰੀਆ ਬਾਈ ਵੋਲਿਊਮ। ਸਰਫੇਸ ਏਰੀਆ ਤੇ ਵੋਲਿਊਮ ਜਿਹੜਾ ਹੁੰਦਾ ਨਾ ਉਹ ਵੀ ਜਦੋਂ ਗਰੋਥ ਹੋਏਗੀ ਸਰਫੇਸ ਏਰੀਆ ਵੀ ਇੰਕਰੀਜ਼ ਹੋਏਗਾ, ਵੋਲਿਊਮ ਵੀ ਇੰਕਰੀਜ਼ ਹੋਏਗਾ, ਬਟ ਵੋਲਿਊਮ ਜ਼ਿਆਦਾ ਇੰਕਰੀਜ਼ ਹੁੰਦਾ ਜਿਸ ਕਰਕੇ ਆ ਰੇਸ਼ੋ ਘੱਟ ਹੋ ਜਾਂਦੀ ਹੈ, ਗਰੋਥ ਨਹੀਂ ਮਤਲਬ ਆ ਰੇਸ਼ੋ ਓਵਰਆਲ ਘੱਟ ਹੋ ਜਾਂਦੀ ਹੈ। ਤਾਂ ਉਹ ਵੀ ਇਹ ਐਂਟੀਰੀਅਰ ਮੌਕਟਸ ਦੇ ਅੰਦਰ ਆਇਆ ਸੀਗਾ ਕਿ KI ਇੰਡੈਕਸ ਵੀ ਘੱਟ ਹੁੰਦਾ ਤੇ ਸਰਫੇਸ ਏਰੀਆ ਟੂ ਵੋਲਿਊਮ ਰੇਸ਼ੋ ਵੀ ਘੱਟ ਹੁੰਦੀ ਹੈ ਡਿਵੀਜ਼ਨ ਸੈਲ ਗਰੋਥ ਦੇ ਟਾਈਮ ਤੇ ਫਾਈਨਲੀ ਸੈਲ ਡਿਵਾਈਡਸ। ਹੁਣ ਜਿਹੜਾ ਕੁਝ ਐਬਨੋਰਮਲ ਮਾਈਟੋਸਿਸ ਵਗੈਰਾ ਹੁੰਦੇ ਨੇ ਜਿਵੇਂ ਕਿ ਫ੍ਰੀ ਨਿਊਕਲੀਅਰ ਐਂਡੋਮਾਈਟੋਸਿਸ ਤੇ ਰੈਸਟੀਟਿਊਸ਼ਨ ਨਿਊਕਲੀਅਸ ਵਗੈਰਾ ਹੁੰਦੇ ਨੇ। ਇਹ ਅਗਰ ਤੁਹਾਡਾ ਇੰਟਰਸਟ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ। ਤੇ ਇਹ ਮਾਈਟੋਸਿਸ ਤਾਂ ਹੁੰਦਾ ਕਿ ਸਪਿੰਡਲ ਫਾਈਬਰ ਫਾਰਮੇਸ਼ਨ ਨਹੀਂ ਹੁੰਦੀ ਹੈ ਤੇ ਬੈਕਟੀਰੀਆ ਦੇ ਅੰਦਰ ਹੁੰਦਾ ਹੈ ਮਾਈਟੋਸਿਸ। ਸੋ ਦਿਸ ਇਜ਼ ਆਲ ਫॉर ਮਾਈਟੋਸਿਸ ਨੂੰ ਪਰ ਅੱਛੀ ਤਰ੍ਹਾਂ ਰਿਵਾਈਜ਼ ਕਰ ਲੈਣਾ ਇੱਕ ਵਾਰੀ ਤਾਂ ਓਵਰਵਿਊ ਵੀ ਆਪਾਂ ਦੇਖ ਲੈਂਦੇ ਹਾਂ ਤੇ ਆਪਾਂ ਨੈਕਸਟ ਸੈਸ਼ਨ ਦੇ ਨਾਲ ਮਿਓਸਿਸ ਸਟਾਰਟ ਕਰਾਂਗੇ। ਤਾਂ ਮਾਈਟੋਸਿਸ ਦੇ ਅੰਦਰ ਕੀ ਹੋ ਗਿਆ ਕਿ हाँ एक काले डायग्राम हमारे रिवाइज कर दे, देखो इतना सब कुछ समझ आ जाएगा। सब तो पहला G1 फेज सीगा। G1 फेज में अपन देखा प्रोटीन ऑर्गेनेल सब डिवाइड हो गए, प्लास्टिड्स डिवाइड हो गया, आरएनए सिंथेसिस हो गया, कीड़ा सिंथेसिस ਜਿਹੜਾ ਮਾਈਟੋਕਾਂਡਰੀਆ ਤੇ ਪਲਾਸਟਿਡ ਦੇ ਅੰਦਰ ਸੀਗਾ। ਉਸ ਤੋਂ ਬਾਅਦ ਸਾਈਟੋਪਲਾਜ਼ਮ ਗਰੋਥ ਮੈਕਸਿਮਮ ਹੁੰਦੀ ਹੈ, ਉਹਦੇ ਕੰਟੈਂਟ 2C ਹੋਏਗਾ। ਉਸ ਤੋਂ ਬਾਅਦ 40 ਅਗਰ 46 DNA ਮੋਲੀਕਿਊਲਸ ਹੈ ਤਾਂ एसवीएस ਤਾਂ ਡੁਪਲੀਕੇਟ ਹੋ ਕੇ ਕੰਟੈਂਟ 4C ਹੋ ਕੇ 92 DNA ਮੋਲੀਕਿਊਲਸ ਹੋ ਜਾਣਗੇ ਤੇ DNA ਰੈਪਲੀਕੇਸ਼ਨ ਹੋਏਗੀ ਐਸवीएस ਦੇ ਅੰਦਰ। ਹਿਸਟੋਨ ਸਿੰਥੇਸਿਸ ਹੋਏਗਾ, ਸੈਂਟਰਲ ਡੁਪਲੀਕੇਸ਼ਨ ਹੋਗਾ, ਟਿਊਬਲਿਨ ਸਿੰਥੇਸਿਸ ਹੋਗਾ। ਟਿਊਬਲਿਨ ਸਿੰਥੇਸਿਸ ਆਪਾਂ ਨੂੰ ਕਿਸ ਲਈ ਚਾਹੀਦਾ ਹੈ? ਸਪਿੰਡਲ ਫਾਈਬਰਸ ਦੇ। ਉਸ ਤੋਂ ਬਾਅਦ G2 ਫੇਜ਼ ਦੇ ਅੰਦਰ ਬਚੇ ਹੋਏ ਬਾਕੀ ਸਾਰੇ ਸਮਾਨ ਦੀ ਡੁਪਲੀਕੇਸ਼ਨ ਹੋਗੀ, ਜਿਵੇਂ ਟਿਊਬਲਿਨ ਹੋ ਗਿਆ, ਜੈਪਰੇਟਸ, ਮਾਈਟੋਕਾਂਡਰੀਆ, ਸੈਲ ਗਰੋਥ ਫੈਕਟਰਸ ਤੇ ਉਹਨਾਂ ਦੀ ਕੰਟੀਨਿਊ ਹੁੰਦੀ ਜਾਏਗੀ। ਹੁਣ G2 ਫੇਜ਼ ਤੋਂ ਬਾਅਦ ਆਏਗਾ ਆਪਣਾ M ਫੇਜ਼, ਜਿਹਦੇ ਅੰਦਰ ਪਹਿਲਾਂ ਪ੍ਰੋਫੇਜ਼, ਮੈਟਾਫੇਜ਼, ਐਨਾਫੇਜ਼ ਤੇ ਟੀਲੋਫੇਜ਼। ਹੁਣ ਇਹਨਾਂ ਦੀ ਆਪਾਂ ਨੂੰ ਮੇਨ ਕੈਰੈਕਟਰਿਸਟਿਕਸ ਯਾਦ ਰੱਖਣੀਆਂ ਨੇ, ਠੀਕ ਹੈ। ਜਿਹੜਾ ਪ੍ਰੋਫੇਜ਼ ਹੈ, ਪ੍ਰੋਫੇਜ਼ ਤੇ ਆਪਾਂ ਨੇ ਕੀ ਪੜ੍ਹਿਆ ਉਹ ਵੀ ਆਪਾਂ ਅੱਗੇ ਹੁਣ ਡਾਇਗਰਾਮ ਨਾਲ ਹੀ ਯਾਦ ਕਰ ਲੈਂਦੇ ਹਾਂ। ਇਹ ਸਭ ਤੋਂ ਪਹਿਲਾਂ ਇਹਦਾ ਜਿਹੜਾ ਕ੍ਰੋਮੋਸੋਮਲ ਮਟੀਰੀਅਲ ਹੈ ਉਹ ਕੰਡੈਂਸ ਹੋਣਾ ਸ਼ੁਰੂ ਹੋ ਜਾਏਗਾ। ਸੈਂਟਰੋਸੋਮ ਜਿਹੜਾ ਡੁਪਲੀਕੇਸ਼ਨ ਹੋਈ ਸੀ ਇੰਟਰਫੇਸ ਦੇ ਅੰਦਰ ਉਹ ਆਪੋਜ਼ਿਟ ਪੋਲਸ ਤੇ ਮੂਵ ਕਰਨਾ ਸ਼ੁਰੂ ਹੋ ਜਾਏਗਾ, ਠੀਕ ਹੈ। ਤੇ ਉਹਦੇ ਥਰੂ ਐਸਟਰ ਰੇਸ ਨਿਕਲਣੀਆਂ ਸ਼ੁਰੂ ਹੋ ਜਾਂਦੀ ਹੈ। ਐਸਟਰ ਰੇਸ ਸਪਿੰਡਲ ਫਾਈਬਰਸ ਤੇ ਸੈਂਟਰੋਇਲ, ਇਹ ਪੂਰੇ ਇਹਨੂੰ ਬੋਲਦੇ ਮਾਈਟੋਟਿਕ ਐਪਰੇਟਸ। ਸੈਂਟਰੋਸੋਮ ਜਾਂ ਫਿਰ ਸੈਂਟਰੋਇਲ ਬੋਲ ਸਕਦੇ ਹੋ ਉਹਨੂੰ, ਮਤਲਬ ਸੈਂਟਰੋਸੋਮ ਦੇ ਨਾਲ 2 ਸੈਂਟਰੋਇਲ ਹੁੰਦੇ ਨੇ। ਤਾਂ ਇਹ ਤਾਂ ਹੋ ਗਿਆ। ਫਿਰ ਆਪਣਾ ਐਂਡ ਆਫ ਪ੍ਰੋਫੇਜ਼ ਤੇ ਜਿਹੜੀ ਆਪਣੀ ਕੁਝ ਆਰਗਨਿਜ਼ ਹੈ ਗੋਲਜੀ ਐਪਰੇਟਸ ਐਂਡੋਪਲਾਜ਼ਮ ਰੈਟੀਕੂਲਮ ਨਿਊਕਲੀਓਲਸ ਇਹ ਸਭ ਡਿਸਅਪੀਅਰ ਹੋ ਜਾਂਦੇ ਹਨ। ਮੈਟਾਫੇਜ਼, ਮੈਟਾਫੇਜ਼ ਦਾ ਸਟਾਰਟ ਕਿਵੇਂ ਹੁੰਦਾ ਕਿ ਪੂਰਾ ਨਿਊਕਲੀਅਰ ਐਨਵਲਪ ਡਿਸਇੰਟੀਗ੍ਰੇਟ ਹੋ ਜਾਂਦਾ, ਠੀਕ ਹੈ। ਇਸ ਟਾਈਮ ਦੇ ਕ੍ਰੋਮੈਟਿਡਸ ਜਾਂ ਫਿਰ ਕ੍ਰੋਮੋਸੋਮਸ
ਪੂਰੇ ਕੰਟੈਂਟਸ ਹੁੰਦੇ ਨੇ ਤੇ ਉਹਦੇ ਉਸ ਟਾਈਮ ਬੇਸ ਤੇ ਉਹਦਾ ਮੋਰਫੋਲੋਜੀ ਸਟੱਡੀ ਕਰਨ ਲਈ ਫਿਰ ਆਪਾਂ ਸਾਈਟ ਆਫ ਅਟੈਚਮੈਂਟ ਦੇਖਦੇ ਆ ਕਿ ਕਾਈਨੈਟੋਕੋਰ ਤੇ ਹੈ। ਫਿਰ ਪੂਰੀ ਉਹਨਾਂ ਦੀ ਜਿਹੜੀ ਅਲਾਈਨਮੈਂਟ ਹੁੰਦੀ ਹੈ ਸਪਿੰਡਲ ਫਾਈਬਰਸ ਦੇ ਥਰੂ ਉਹ ਪੂਰਾ ਇੱਕ ਸੈਂਟਰ ਤੇ ਅਲਾਈਨ ਹੋ ਜਾਂਦਾ ਜਿਹਨੂੰ ਮੈਟਾਫੇਸ ਪਲੇਟ ਬੋਲਦੇ ਆ ਫਿਰ ਮਟੀਰੀਅਲ ਪਲੇਟ ਬੋਲਦੇ ਆ। ਜਿਹੜਾ ਸਪਿੰਡਲ ਫਾਈਬਰ ਜੋ ਕਾਈਨੈਟੋਕੋਰ ਤੇ ਅਟੈਚ ਹੋ ਜਾਂਦਾ ਠੀਕ ਹੈ ਤੇ ਸੈਲਸ ਦਾ ਸੈਂਟਰ ਤੇ ਆਏਗਾ ਇਹ ਤਾਂ ਦੱਸ ਹੀ ਦਿੱਤਾ ਸੀਗਾ। ਫਿਰ ਆਉਂਦਾ ਐਨਾਫੇਸ ਤੇ ਹੁਣ ਕੀ ਹੁੰਦਾ ਹੈ ਕਿ ਸਪਿੰਡਲ ਫਾਈਬਰ ਸ਼ਾਰਟਨਿੰਗ ਸ਼ੁਰੂ ਹੋ ਜਾਂਦੇ ਤੇ ਆਪੋਜ਼ਿਟ ਐਂਡਸ ਤੇ ਮੂਵ ਕਰਦੇ ਆ ਤੇ ਜਿਹੜਾ ਸੈਂਟਰੋਮੀਅਰ ਹੁੰਦਾ ਉਹ ਡਾਇਰੈਕਟਡ ਟੁਵਰਡਸ ਦੀ ਪੋਲ ਤੇ ਜਿਹੜੇ ਸਿਸਟੋਕ੍ਰੋਮੈਟਿਨਸ ਹੁੰਦੇ ਨੇ ਜਾਂ ਫਿਰ ਆਰਮਸ ਆਫ ਸਿਸਟੋਕ੍ਰੋਮੈਟਿਨਸ ਹੁੰਦੇ ਨੇ ਦੇ ਟ੍ਰੇਲ ਬਿਹਾਈਂਡ ਨਾਲੇ ਟੀਲੋਫੇਸ ਨੂੰ ਐਂਟੀ ਪ੍ਰੋਫੇਸ ਬੋਲਾਂਗੇ। ਉਹਦੇ ਅੰਦਰ ਨਿਕਲਣ ਵਾਲਾ ਬਣ ਜਾਏਗਾ ਸਾਈਟੋਕਾਈਨਸਿਸ ਸ਼ੁਰੂ ਹੋ ਜਾਏਗਾ ਫਿਰ ਉਸ ਤੋਂ ਬਾਅਦ क्रोमोसोम वापस डिसइंटीग्रेट हो जाएंगे क्लस्टर बन जाएगा ਉਹਨਾਂ ਦਾ ਨਿਊਕਲੀਅਸ ਖੋਲ ਜਾਏਗਾ ਪ੍ਰੋਟੀਨ ER एंडोप्लाज्मिक रेटिकुलम वो सारे रीअपीयर हो जाते हैं। फिर एंड ते आएगा साइटोकाइनेसिस ये साइटोकाइनेसिस हो जाता है ਤੇ ਐਨੀਮਲ ਸੈਲ ਤੇ ਪਲਾਂਟ ਸੈਲ ਦੇ ਅੰਦਰ ਅਲੱਗ ਹੈ। ਐਨੀਮਲ ਸੈਲ ਦੇ ਅੰਦਰ ਇੱਕ ਫਰੋਵਨ ਦੇ ਉਹਦੇ ਚ ਹੁੰਦਾ ਤੇ ਪਲਾਂਟ ਸੈਲ ਦੇ ਅੰਦਰ ਇੱਕ ਸੈਲ ਪਲੇਟ ਹੁੰਦੀ ਹੈ ਤੇ ਕਲਚਰ और मिडल लैमिनेचर मिडल लैबी ਨੂੰ ਰਿਪਰੈਜ਼ੈਂਟ ਕਰਦਾ ਠੀਕ ਹੈ। ਉਹਦੀ ਡਿਵੀਜ਼ਨ ਹੋ ਜਾਂਦੀ ਹੈ ਉਹਦੇ ਥਰੂ ਸਾਈਟੋਕਾਈਨਸਿਸ ਦਾ ਕਿਉਂਕਿ ਇਹ ਸੈਲ ਵਾਲ ਇਨਫਲੈਕਸੀਬਲ ਆਉਂਦੀ ਹੈ। ਹੁਣ ਆਗੇ ਸਿਗਨੀਫੀਕੈਂਸ ਆਫ ਮਾਈਟੋਸਿਸ ਕਿ ਗਰੋਥ ਲਈ ਇਸ ਮੋਸਟਲੀ ਸਿਰਫ डिप्लॉयड सेल्स ਦੇ ਅੰਦਰ ਹੁੰਦਾ ਹੈ ਬਟ ਕੁਝ ਅਪਾਰਟ ਦੇ ਅੰਦਰ ਵੀ ਹੁੰਦੇ ਜਿਵੇਂ ਕਿ ਡਰੋਨ ਆਫ ਹਨੀ ਬੀ ਇਫ ਆਈ ਐਮ ਕਰੈਕਟ ਉਸੇ ਉੱਤੇ ਹੁੰਦਾ ਉਹਦੇ ਅੰਦਰ ਜਿਹੜੇ ਸੈਲਸ ਦੀ ਡਿਵੀਜ਼ਨ ਹੁੰਦੀ ਹੈ ਉਹ ਥਰੂ ਡਿਪਲॉयਡ ਮਾਈਟੋਸਿਸ ਹੁੰਦਾ। ਫਿਰ ਉਸ ਤੋਂ ਬਾਅਦ ਕਿ ਇਹ ਸੈਲ ਰਿਪੇਅਰ ਲਈ ਕੰਮ ਆਉਂਦਾ ਹੈ ਤੇ ਡਾਟਰ ਡਿਪਲॉयਡ ਸੈਲ ਨੂੰ ਡਿਪਲॉयਡ ਆਫ ਦੀ ਸੈਲਸ ਨੂੰ ਮੇਨਟੇਨ ਕਰਕੇ ਰੱਖਦਾ ਹੈ ਤੇ ਜਿਵੇਂ ਫॉर एग्जांपल इन एनिमल्स बोले तो लाइनिंग ऑफ गट ब्लड सेल्स हो गया एपिडर्मिस ऑफ स्किन हो गया एवं जिन्ने भी सारे टिश्यू ਤੇ ਜਿਹੜੀ ਜਿਨ੍ਹਾਂ ਦੇ ਉੱਤੇ ਡੇਲੀ ਡੈਮੇਜ ਇੰਜਰੀ ਹੁੰਦੀ ਉਹ ਮਲਟੀਪਲ ਮਤਲਬ ਅਲੱਗ-ਅਲੱਗ ਟਾਈਮ ਤੇ ਡਿਵਾਈਡ ਹੁੰਦੇ ਰਹਿੰਦੇ ਨੇ ਤੇ ਐਗਜ਼ਾਮਪਲ ਫॉर ਪਲਾਂਟ ਸੈਲ ਦੇ ਅੰਦਰ ਮੈਰਿਸਟੈਮੈਟਿਕ ਟਿਸ਼ੂ ਆ ਜਾਏਗਾ ਜਿੱਥੇ ਗਰੋਥ ਨਹੀਂ ਹੈ ਪਾਈਕਲ ਤੇ ਲੈਟਰਲ ਕੈਂਪੀਅਮ ਦੇ ਅੰਦਰ ਤੇ ਉੱਥੇ ਆਪਾਂ ਨੂੰ ਮਾਈਟੋਸਿਸ ਦੇਖਣ ਨੂੰ ਮਿਲੇਗਾ। So this was all for today's session। ਇਸ ਤੋਂ ਬਾਅਦ ਆਪਾਂ ਅਗਲੇ ਸੈਸ਼ਨ ਨੂੰ ਮਿਓਸਿਸ ਦੇ ਬਾਰੇ ਪੜਾਂਗੇ ਤੇ ਮਿਓਸਿਸ 1 ਤੇ 2 ਦੇ ਅੰਦਰ ਡਿਵਾਈਡ ਹੁੰਦੇ ਤੇ ਇਹਦੀ ਸਿਗਨੀਫੀਕੈਂਸ ਕੀ ਕਿਉਂ ਮਿਓਸਿਸ 1 ਤੇ ਮਿਓਸਿਸ 2 ਦੇ ਅੰਦਰ ਡਿਵਾਈਡਡ ਹੈ ਤੇ ਜਿਹੜਾ ਮਿਓਸਿਸ ਹੁੰਦਾ ਉਹ ਉਹਦੇ ਅੰਦਰ ਕ੍ਰੋਮੋਸੋਮ ਮਟੀਰੀਅਲ ਹਾਫ ਕਿਵੇਂ ਹੋ ਜਾਂਦਾ ਠੀਕ ਹੈ। ਸੋ हैप्पी लर्निंग। माइटोसिस में एक बार अच्छी तरह रिवाइज कर लेना डायग्राम से थ्रू ही रिवाइज करना तो अच्छी तरह याद रहेगा ते एनसीईआरटी लाइंस पे पूरा फोकस करना क्योंकि अगर हल्का जा भी वर्ड चेंज हो गया तो लाइन चेंज हो जाती है तो मोस्टली पूरे एनसीईआरटी दी लाइंस तो ही क्वेश्चंस बनते हैं। सो हैव अ गुड डे एंड हैप्पी लर्निंग।